तुद डिठे सच्चे पातशाह, बल जन्म जन्म दी कटी है। सतनाम वाहिगुरु साहिब जीओ। जे को कहे करे विचार, करते कै करने नहीं शुमार। तौल धर्म दया का पूत, संतोख आप रखया जिन सूत। जे को बुझै होवै सचियार, तबलै ऊपर केता पार। धरती होर परै होर होर, तिसते भार तलै कवन जोर। जी जात रंगा के नाव, सबना लिखया बड़ी कलाम। एहो लेखा लिख जाने कोय, लेखा लिखया केता होए। केता ताण सवाले हो रूप, केती दात जाने कौन कूत। कीता पसाओ एको कवाओ, तिसते होए लख दरियाओ। कुदरत कवन कहा विचार, वार्या न जावा एक बार। जो तुद पावै साई भली कार, तू सदा सलामत निरंकार। कुदरत कवन कहा विचार, वार्या न जावा एक बार। जो तुद भावै साई भली कार, तू सदा सलामत निरंकार। वाहिगुरु जी का खालसा, वाहिगुरु जी की फतेह। गरीब नवाज सतगुरु श्री गुरु ग्रंथ साहिब महाराज सच्चे पातशाह जी की पावन पवित्र हजूरी विच जुड़ बैठे गुरु सवारे सतसंगी जनों, आप जी हर रोज़ जपजी साहिब पवित्र बाणी की लड़ीवार व्याख्या विचार आप जी सरवण कर रहे हो। सतगुरां ने इस पवित्र बचन विच पौड़ी विच जो 16वीं पौड़ी है जपजी साहिब अंदर बड़े ही ज्ञान भरपूर बचन बख्शिश कीते हैं।
ਇਹ ਇੱਕ ਜਾਗੇ ਹੋਏ ਮਨੁੱਖ ਦੀ ਜੀਵਨ ਦੀ ਸਥਿਤੀ ਹੈ। ਆਮ ਤੌਰ 'ਤੇ ਅਸੀਂ ਇਸ ਧਰਤੀ 'ਤੇ ਜੋ ਕੁਝ ਸਾਨੂੰ ਦਿਸਦਾ ਹੈ ਉਹਦੇ ਤੱਕ ਸੀਮਤ ਰਹਿੰਦੇ ਹਾਂ। ਸਾਡਾ ਜਿਹੜਾ ਟੀਚਾ ਹੈ ਸਿਰਫ ਖਾਣਾ ਪੀਣਾ, ਧਨ ਇਕੱਠਾ ਕਰਨਾ, ਜਾਂ ਜਿਹੜੀ ਦਿਸਦੀ ਹੋਈ ਦੁਨੀਆ ਇਹਨੂੰ ਵੇਖ ਕੇ ਇਹ ਸੋਚ ਲੈਣਾ ਵੀ ਬਸ ਇਹੀ ਸੰਸਾਰ ਹੈ। ਪਰ ਅੱਜ ਜਿਹੜੀ ਹਜ਼ੂਰ ਨੇ ਕੁਦਰਤ ਦੀ ਵਿਚਾਰ ਦੀ ਗੱਲ ਕੀਤੀ ਕਿ ਜਦੋਂ ਕੋਈ ਮਨੁੱਖ ਸ਼ਬਦ ਦੀ ਕਮਾਈ ਕਰਦਾ ਹੈ, ਗੁਰੂ ਕੀ ਮੱਤ 'ਤੇ ਤੁਰਦਾ ਹੈ, ਆਪਣੇ ਜੀਵਨ ਵਿੱਚ ਨਾਮ ਨੂੰ ਕਮਾਉਂਦਾ ਹੈ, ਤਾਂ ਉਹਦੇ ਅੰਦਰ ਇੱਕ ਗਿਆਨ ਦੀ ਇੱਕ ਅੱਖ ਖੁੱਲ੍ਹਦੀ ਹੈ ਤੇ ਇਸ ਦੁਨੀਆ ਤੋਂ ਜਿਹੜੀ ਅਗਲੀ ਦੁਨੀਆ ਜੋ ਦਿਸਣ ਵਿੱਚ ਨਹੀਂ ਆਉਂਦੀ ਉਹਨੂੰ ਵੇਖਣ ਦੇ ਉਹ ਸਮਰੱਥ ਹੋ ਜਾਂਦਾ ਹੈ, ਉਹਨੂੰ ਵੇਖ ਲੈਂਦਾ ਹੈ। ਜਦੋਂ ਉਹ ਦੁਨੀਆ ਦਿਸਦੀ ਹੈ ਤੇ ਇੱਧਰਲੀ ਬਿਲਕੁਲ ਫਿੱਕੀ ਲੱਗਦੀ ਹੈ, ਫਿਰ ਇਹਨੂੰ ਵੇਖਣ ਦਾ ਢੰਗ ਜਿਹੜਾ ਹੋਰ ਤਰ੍ਹਾਂ ਦਾ ਹੁੰਦਾ, ਉਪਰੇਪਣ ਵਾਲਾ। ਜਦੋਂ ਅਗਲੀ ਦੁਨੀਆ ਜਿਹਦੇ ਵਿੱਚ ਕਹਿ ਰਹੇ ਨੇ ਕਿ ਉੱਥੇ ਕੋਈ ਅੰਤ ਨਹੀਂ, ਇੱਕ ਕਵਾਓ ਤੋਂ ਕਈ ਦਰਿਆ ਚੱਲੇ ਨੇ, ਪਸਾਰੇ ਦਾ ਕੋਈ ਅੰਤ ਨਹੀਂ, ਕੋਈ ਮਿਣਨ ਵਾਲਾ ਉਹਨੂੰ ਮਿਣ ਨਹੀਂ ਸਕਦਾ, ਕੋਈ ਹਿਸਾਬ ਕਿਤਾਬ ਕਰਨ ਵਾਲਾ ਆਪਣੇ ਕਾਗਜ਼ 'ਤੇ ਉਸ ਦੁਨੀਆ ਦਾ ਲੇਖਾ ਨਹੀਂ ਲਿਖ ਸਕਦਾ। ਤਾਂ ਜਦੋਂ ਕਿਸੇ ਦੇ ਉੱਤੇ ਗੁਰੂ ਦੀ ਕਿਰਪਾ ਹੋਵੇ ਤੇ ਉਹ ਇਸ ਚਮਰ ਦ੍ਰਿਸ਼ਟੀ ਤੋਂ ਬ੍ਰਹਮ ਦ੍ਰਿਸ਼ਟੀ ਤੱਕ ਚਲਾ ਜਾਏ, ਦਿਵ ਦ੍ਰਿਸ਼ਟੀ ਤੱਕ। ਦੋ ਤਰ੍ਹਾਂ ਦੀ ਦ੍ਰਿਸ਼ਟੀ ਹੈ, ਇੱਕ ਹੈ ਚਰਮ ਦ੍ਰਿਸ਼ਟੀ, ਭਾਈ ਗੁਰਦਾਸ ਜੀ ਨੇ ਇਹਦਾ ਨਾਮ ਲਿਆ ਹੈ। ਚਰਮ ਦ੍ਰਿਸ਼ਟੀ ਦਾ ਮਤਲਬ ਹੈ ਚੰਮ ਤੱਕ ਦ੍ਰਿਸ਼ਟੀ ਰਹਿਣੀ। ਇੱਕ ਦ੍ਰਿਸ਼ਟੀ ਦਾ ਨਾਮ ਹੈ ਦਿਵ ਦ੍ਰਿਸ਼ਟੀ, ਜਿਹਨੂੰ ਗੁਰੂ ਅਮਰਦਾਸ ਜੀ ਨੇ ਆਪਣੀ ਬਾਣੀ ਵਿੱਚ ਕਿਹਾ ਦਿਵ ਦ੍ਰਿਸ਼ਟ। ਇਹ ਚਰਮ ਦ੍ਰਿਸ਼ਟੀ ਕਿਹੜੀ ਜਿਹੜੀ ਹੁਣ ਸਾਡੇ ਕੋਲ ਹੈ, ਇਹਨੂੰ ਕਹਿੰਦੇ ਨੇ ਚਰਮ ਦ੍ਰਿਸ਼ਟੀ, ਚੰਮ ਨਾਲ ਜੁੜੀ ਹੋਈ ਦ੍ਰਿਸ਼ਟੀ। ਚਰਮ ਮਤਲਬ ਹੈ ਜਿਹੜੇ ਆਪਾਂ ਸਰੀਰ ਧਾਰੀਆਂ ਸਾਰੇ, ਇਹ ਚੰਮ ਦਾ ਬਣਿਆ ਹੋਇਆ ਸਰੀਰ ਹੈ, ਤਾਂ ਚਮੜਾ ਹੀ ਉਹ ਸੁੱਕ ਗਿਆ ਜਿਹੜਾ ਅਸੀਂ ਪੈਰਾਂ ਵਿੱਚ ਪਹਿਨ ਕੇ ਆਏ, ਤਾਂ ਉਹਨੂੰ ਬਾਹਰ ਰੱਖਿਆ। ਉਸ ਚੰਮ ਨੂੰ ਅੰਦਰ ਲਿਆਉਣ ਦੀ ਇਜਾਜ਼ਤ ਨਹੀਂ, ਕਿਉਂ? ਉਹਦੇ ਵਿੱਚੋਂ ਜੋਤ ਨਿਕਲ ਗਈ ਹੈ। ਇਸ ਚੰਮ ਦੇ ਵਿੱਚ ਅਜੇ ਜੋਤ ਹੈ ਤਾਂ ਇੱਥੇ ਆ ਸਕਦਾ। ਜਿੱਦਣ ਇਹਦੇ ਵਿੱਚੋਂ ਵੀ ਜੋਤ ਨਿਕਲ ਗਈ, ਲੋਕ ਕਹਿਣਗੇ ਵੀ ਸੀढ़ी ਲਿਆਂਦੀ, ਮੱਥਾ ਟਿਕਾਉਣਾ ਗੁਰਦੁਆਰੇ, ਬਾਹਰੋਂ ਗੇਟ ਵਿੱਚੋਂ ਟਿਕਾ ਦਿਓ, ਅੰਦਰ ਨਹੀਂ ਲਿਆ ਸਕਦੇ। ਕਈ ਵਾਰੀ ਤੁਸੀਂ ਵੇਖਿਆ ਹੋਵੇਗਾ ਕੋਈ ਪੁਰਾਣੀ ਚੜ੍ਹਾਈ ਕਰ ਜਾਏ ਤਾਂ ਕਈ ਵਾਰੀ ਗੁਰਦੁਆਰੇ ਦੇ ਅੱਗੋਂ ਲੰਘਦਿਆਂ ਕੋਈ ਸੋਚਦਾ ਹੈ, ਜਾਂ ਕਿਸੇ ਨੇ ਕਿਹਾ ਵੀ ਕਿ ਮੈਨੂੰ ਮੱਥਾ ਟਿਕਾ ਦੇਣਾ, ਤਾਂ ਕੋਈ ਜ਼ਿਆਦਾ ਕਰੇਗਾ ਤੇ ਵੈਸੇ ਤਾਂ ਬਾਹਰਲੇ ਗੇਟ 'ਤੇ ਇੱਕ ਵਾਰੀ ਉਹਦੀ ਅਰਥੀ ਰੱਖ ਦੇਣਗੇ, ਮੱਥਾ ਟਿਕ ਗਿਆ। ਹੁਣ ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ ਨਹੀਂ ਕਰਾ ਸਕਦੇ ਉਸਨੂੰ, ਕਿਉਂ? ਅੰਦਰੋਂ ਉਹ ਸ਼ਬਦ ਨਿਕਲ ਗਿਆ ਜਿਹਦੇ ਨਾਲ ਹੁਣ ਅਸੀਂ ਨਹੀਂ ਜੁੜਨਾ ਚਾਹੁੰਦੇ। ਉਹਦੇ ਨਾਲ ਹੀ ਇਸ ਸਰੀਰ ਦੀ ਕੀਮਤ ਹੈ ਜਿਹੜਾ ਅੰਦਰ ਵਰਤਦਾ ਹੈ। ਇਸ ਸਰੀਰ ਦੀ ਜੇ ਅੱਜ ਵੀ ਕੋਈ ਕੀਮਤ ਹੈ ਤੇ ਅੰਦਰਲੀ ਜੋਤ ਕਰਕੇ ਹੈ, ਸਰੀਰ ਕਰਕੇ ਨਹੀਂ। ਜਦੋਂ ਜੋਤ ਨਿਕਲੀ ਲੋਕ ਕਹਿਣਗੇ ਇੱਥੋਂ ਹੀ ਮੱਥਾ ਟਿਕਾ ਦਿਓ। ਕੋਈ ਬੜਾ ਨੇੜੇ ਦਾ ਪ੍ਰਬੰਧਕ ਹੋਏਗਾ ਤੇ ਉਹਨੂੰ ਇਸ ਗੇਟ ਤੱਕ ਲੈ ਆਉਣਗੇ, ਅੰਦਰ ਤੇ ਨਹੀਂ ਲਿਆਉਣ ਲੱਗੇ। ਇਹ ਕੀ ਕਾਰਨ? ਸਰੀਰ ਤਾਂ ਉਹੀ ਹੈ, ਸਰੀਰ ਉਹੀ ਵਿੱਚੋਂ ਜੋਤ ਨਿਕਲ ਗਈ। ਬਸ ਉਹਦੀ ਉਸ ਜੋਤ ਦੀ ਵਾਰ-ਵਾਰ ਗੱਲ ਕੀਤੀ ਗੁਰੂ ਗ੍ਰੰਥ ਸਾਹਿਬ ਵਿੱਚ। ਜਿਹੜੇ ਖੋਜਣਗੇ ਉਹ ਪਾ ਲੈਣਗੇ ਵੀ ਜਿਹਨੂੰ ਸ਼ਬਦ ਕਿਹਾ ਗਿਆ ਨਾ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ, ਉਸ ਜਿੰਦ ਨੂੰ ਕਿਹਾ ਗਿਆ
उस जिंद नूं ही शब्द कहा गया है। आ जिहड़ा बाहरला शब्द गुरु ग्रंथ साहिब सच्चे पातशाह जी की बाणी है, जिहड़ा शरीर धारी इस बाणी नाल जुड़ जाएगा, ये शब्द उस शब्द नाल बंदे दा संबंध करा देगा, जुड़ जाएगा, उन्होंने पा लेगा। फिर देह की कोई परवाह नहीं, कल छुटदी अज छुट जाए, क्योंकि उन्होंने अगली दुनिया विच निवास मिल गया, पता लग गया। इस करके वो सुक्का चम जिहड़ा जोड़े खाने विच जमा कराए है ही सही है साडे शरीर दा, उहदे विचों जोत निकल गई, उन्होंने सुका लिया गया। इस चम नूं असीं इत्थे ले आए तां ये अंदर आया भी इहदे विच जोत सी। हुण इस चमड़े दे विच रहिंदियां होइयां, इस चरम दृष्टि दे हुंदियां दिव्य दृष्टि नूं लभना है, प्राप्त करना है, दिव्य दृष्टि नूं पाउणा है। ਤਾਂ ਅੱਜ ਦਾ ਜਿਹੜਾ ਬਚਨ ਹੈ, ਹਜ਼ੂਰ ਨੇ ਕਿਹਾ ਜਿਨ੍ਹਾਂ ਲੋਕਾਂ ਦੀ ਦਿਵ ਦ੍ਰਿਸ਼ਟੀ ਖੁੱਲ੍ਹ ਗਈ ਇਸ ਚਰਮ ਦ੍ਰਿਸ਼ਟੀ ਦੇ ਹੁੰਦਿਆਂ, ਫਿਰ ਉਹਨਾਂ ਦੀ ਜਿਹੜੀ ਸਾਂਝ ਹੈ ਇਸ ਦਿਸ ਦੇ ਜਗਤ ਤੱਕ ਸੀਮਤ ਨਹੀਂ ਰਹਿੰਦੀ, ਇਹਦੀਆਂ ਹੱਦਾਂ ਤੋੜ ਜਾਂਦੀ ਹੈ। ਤੁਸੀਂ ਪਿੱਛੇ ਪੜ੍ਹਿਆ ਨਾ, ਮੰਨੇ ਕੀ ਗਤ ਕਹੀ ਨਾ ਜਾਏ। ਜਿਨ੍ਹਾਂ ਨੇ ਗੁਰੂ ਕੇ ਹੁਕਮ ਨੂੰ, ਸ਼ਬਦ ਨੂੰ ਮੰਨ ਲਿਆ ਹੈ, ਮਨ ਵਿੱਚ ਵਸਾ ਲਿਆ ਹੈ, ਉਹਨਾਂ ਦੀ ਗਤੀ ਦਾ ਅਰਥ ਹੈ ਸ਼ਕਤੀ ਦੀ ਨੂੰ ਕੋਈ ਕਹਿ ਨਹੀਂ ਸਕਦਾ। ਜਦੋਂ ਵੇਖਦੇ ਨੇ ਤੇ ਪਾਰਦਰਸ਼ੀ, ਪਾਰ ਲੰਘ ਜਾਂਦੇ ਨੇ ਇਸ ਦੁਨੀਆ ਤੋਂ। ਉਧਰ ਦੀ ਆਵਾਜ਼ ਉਹਨਾਂ ਨੂੰ ਇੱਧਰ ਸੁਣੀ ਦੀ ਹੈ। ਭਗਤ ਕਿਹਨਾਂ ਨੂੰ ਕਿਹਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜਿਹੜੇ ਉਸ ਪਾਰ ਦੀ ਆਵਾਜ਼ ਇੱਧਰ ਸੁਣ ਲੈਂਦੇ ਨੇ, ਪਾਰ ਬ੍ਰਹਮ, ਪਾਰਲੇ ਪਾਸੇ ਰਹਿਣ ਵਾਲਾ ਬ੍ਰਹਮ, ਉਹਦੀ ਆਵਾਜ਼ ਇੱਧਰ ਸੁਣ ਕੇ ਤੇ ਫਿਰ ਸਾਡੇ ਨਾਲ ਉਹ ਗੱਲ ਕਰਦੇ ਨੇ। ਇਸ ਕਰਕੇ ਸਾਰੇ ਭਗਤ ਬਹੁਤੇ ਜੀਵਨ ਵਿੱਚ ਵਿਵਾਦਾਂ ਵਿੱਚ ਰਹੇ, ਕਈਆਂ ਨੂੰ ਸ਼ਹੀਦ ਹੋਣਾ ਪਿਆ, ਕਈਆਂ ਨੂੰ ਗਰੀਬੀ ਵਿੱਚ ਦਿਨ ਕੱਟਣੇ ਪਏ, ਕਿਉਂਕਿ ਉਹਨਾਂ ਦਾ ਜੀਵਨ ਹੀ ਇਸ ਤਰ੍ਹਾਂ ਦਾ ਹੁੰਦਾ ਹੈ। ਤੁਹਾਨੂੰ ਪਤਾ, ਜਿਹੜਾ ਵਿਚੋਲਾ ਹੋਵੇ, ਦੋਵਾਂ ਪਾਸੇ ਜਿਹਦੀ ਸਾਂਝ ਹੋਵੇ, ਉਹਦੀ ਬਣਦੀ ਕਿਸੇ ਪਾਸੇ ਵੀ ਨਹੀਂ। ਉਹਨਾਂ ਦੀ ਭਾਸ਼ਾ ਹੋਰ ਹੈ ਉੱਧਰਲਿਆਂ ਦੀ, ਇੱਧਰਲੇ ਉਹਨੂੰ ਸਮਝਦੇ ਨਹੀਂ, ਇਸ ਕਰਕੇ ਗੱਲ ਵਿੱਚ ਹੀ ਅਟਕੀ ਰਹਿੰਦੀ। ਤਾਂ ਉਸ ਨੂੰ ਗੁਰੂ ਸਾਹਿਬ ਨੇ ਕਿਹਾ ਕਿ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਜਿਨ੍ਹਾਂ ਦੀ ਨਾਮ ਦੁਆਰਾ ਦਿਵ ਦ੍ਰਿਸ਼ਟੀ ਖੁੱਲ੍ਹ ਗਈ, ਉਹ ਇਸ ਦੁਨੀਆ ਵਿੱਚ ਰਹਿੰਦੇ ਹੋਏ ਉਹਨਾਂ ਦਾ ਇਹ ਝੂਠਾ ਸੁਪਨਾ ਟੁੱਟ ਗਿਆ ਤੇ ਉਹ ਅਗਲੀ ਦੁਨੀਆ ਵੇਖਣ ਲੱਗ ਪਏ, ਜਿੱਥੇ ਹੋਰ ਤਰ੍ਹਾਂ ਦਾ ਨਿਵਾਸ ਹੈ। ਫਿਰ ਇਹ ਦੁਨੀਆ ਆਪਣੇ ਆਪ ਫਿੱਕੀ ਹੋ ਗਈ, ਇਹਨੂੰ ਛੱਡਣਾ ਨਹੀਂ ਪਿਆ। ਜਿਵੇਂ ਤੁਸੀਂ ਵੇਖੋਗੇ ਕੁਝ ਲੋਕ ਵੱਡੇ ਵੱਡੇ ਦੇਸ਼ਾਂ ਵਿੱਚ ਚਲੇ ਜਾਂਦੇ ਨੇ, ਜਿਹੜੇ ਬੜੇ ਸੰਪੰਨ ਨੇ, ਬੜੇ ਅਮੀਰ ਦੇਸ਼ ਨੇ, ਉਹਨਾਂ ਦੇ ਸਾਧਨ, ਉਹਨਾਂ ਦੀਆਂ ਸੜਕਾਂ, ਉਹਨਾਂ ਦਾ ਸਾਰਾ ਕੁਝ ਬੜਾ ਸੋਹਣਾ ਹੈ ਇਸ ਦੇਸ਼ ਨਾਲੋਂ। ਤੇ ਜਦੋਂ ਕੋਈ 2 4 10 ਮਹੀਨੇ ਉੱਥੇ ਕੱਟ ਕੇ ਆਉਂਦਾ ਹੈ ਨਾ, ਇੱਥੇ ਆ ਕੇ ਏਅਰਪੋਰਟ 'ਤੇ ਉਤਰਦਾ ਹੈ, ਤੇ ਉਹ ਕਹਿੰਦੇ ਨੇ ਆਹ ਤੇ ਸਾਰੇ ਲੋਕ ਹੀ ਬਿਮਾਰ ਨੇ। ਬਿਮਾਰ ਨਹੀਂ ਹੁੰਦੇ, ਉਹ ਇੰਨੇ ਤੰਦਰੁਸਤ ਲੋਕਾਂ ਨੂੰ ਵੇਖ ਕੇ ਆਇਆ ਹੁੰਦਾ। ਉਹ ਇੰਨੇ ਸੋਹਣੇ ਬਾਗ ਬਗੀਚੇ, ਇੰਨੀ ਸਫਾਈ, ਇੰਨਾ ਸਿਸਟਮ ਵੇਖ ਕੇ ਆਇਆ ਹੁੰਦਾ ਹੈ ਕਿ ਆਪਣੇ ਵਾਲੇ ਵਾੜੇ ਵਿੱਚ ਜਦੋਂ ਆ ਕੇ ਉਤਰਦਾ, ਉਹ ਕਹਿੰਦਾ ਇੱਥੇ ਹੈ ਹੀ ਕੁਝ ਨਹੀਂ। ਬਿਮਾਰ ਜਿਹਾ ਦਿਸਦੇ ਨੇ ਲੋਕ, ਮੁਰਝਾਏ ਜਿਹੇ ਹੋਏ। ਤਾਂ ਜਦੋਂ ਕੋਈ ਅਕਾਲ ਪੁਰਖ ਦੇ ਦੇਸ਼ ਦਾ ਨਿਵਾਸੀ ਹੋ ਜਾਂਦਾ ਹੈ, ਜਿਹਦੀ ਦ੍ਰਿਸ਼ਟੀ ਉੱਧਰ ਜੁੜ ਜਾਂਦੀ ਹੈ, ਜਦੋਂ ਉੱਧਰ ਆ ਕੇ ਇੱਧਰ ਵੇਖਦਾ ਹੈ ਤਾਂ ਉਹਦੇ ਮੂੰਹ ਵਿੱਚੋਂ ਸੁਭਾਵਕ ਨਿਕਲਦਾ ਹੈ, ਜੋ ਜੋ ਦਿਸੈ ਸੋ ਸੋ ਰੋਗੀ। ਇਹ ਤੇ ਸਾਰੇ ਰੋਗੀ ਫਿਰਦੇ ਨੇ ਪਏ, ਇਹਨਾਂ ਕੋਲ ਤੇ ਉਹ ਜੀਵਨ ਹੈ ਹੀ ਨਹੀਂ ਜਿਹੜਾ ਉਹਦੇ ਕੋਲ ਹੈ। ਫਿੱਕਾ ਪੈ ਜਾਂਦਾ ਸੰਸਾਰ। ਹੁਣ ਉਹਨੂੰ ਕਹਿੰਦੇ ਨੇ ਇਸ ਬੰਦੇ ਨੂੰ ਇਸ ਦੁਨੀਆ ਤੋਂ ਵਿਰਾਗ ਹੋ ਗਿਆ। ਵਿਰਾਗ ਤੇ ਆਪੇ ਹੀ ਹੋ ਗਿਆ, ਵੱਡੀ ਦੁਨੀਆ ਲੱਭ ਗਈ, ਛੋਟਾ ਰਹਿ ਗਿਆ ਕੰਮ ਸਾਰਾ। ਫਿਰ ਉਹ ਇੱਥੇ ਰਹੇਗਾ ਸਹੀ, ਪਰ ਤਾਂਘ ਬਣੀ ਰਹੇਗੀ, ਫਿਰ ਉੱਥੇ ਜਾਵਾਂ। ਤਾਂ ਉਸ ਨੂੰ ਕਿਹਾ ਗੁਰਮੁਖ ਆਵੈ ਜਾਏ ਨਿਸ਼ੰਗ। ਗੁਰਮੁਖ ਜਿਹੜਾ ਇਸ ਦੁਨੀਆ ਵਿੱਚ ਰਹਿੰਦਾ ਹੋਇਆ, ਉਸ ਦੁਨੀਆ ਵਿੱਚ ਸਾਂਝ ਪਾ ਲੈਂਦਾ ਹੈ। ਤਾਂ ਹੀ ਭਾਈ ਗੁਰਦਾਸ ਜੀ ਨੇ ਰਾਜੇ ਜਨਕ ਬਾਰੇ ਕਿਹਾ, ਵੱਡਾ ਰਾਜਾ, ਵੱਡਾ ਭਗਤ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਦੇਵ ਲੋਕ ਨੂੰ ਚੱਲਿਆ, ਗਣ ਗੰਧਰਵ ਸਭਾ ਸੁਖਵਾਸੀ।
उधर चला गया, इधर रहिंदा होया, शरीर करके नहीं गया। जां का कया दरगह चलै, मने की गत कही ना जाए। शरीर तो इत्थे रहा जनकदा, पर भाई गुरदास जी कहते कि उधर चले गए, उधर वेख्या देवलोक नो चलिया, गण गंधर्व सभा सुखवासी। राह विच नरक आ गए, कहन लगे जमपुर गया पुकार सुन। लंघ रहा सी ते रस्ते विच नरक आया, विल लावण जी नरक निवासी। उथे जेड़े जीव इस धरती ते रहिंदे होए केवल चरम दृष्टि वाले सन, उथे सजाए किन्हां नूं है। बाबा फरीद जी कहंदे कि अगे गए सिंझाप सन, अगे जाके पता लगदा इत्थे किवें दा जीवन जीविया। चोटां खासी कौन, इत्थे जिहड़ा बंदा ज़्यादातर शरीर धारी रहिंदा है, शरीर नाल ही जुड़िया रहिंदा है, शरीर दे रसां विच ही डुबिया रहिंदा है, उहदा आउण वाला वक्त जिहदा नाम तो खाली हुंदा जीवन, फिर उस दुनिया विच उहनूं कोई थां नहीं मिलदी, उत्थे भटकना मिलदी उसनूं। बड़ा औखा है जीवन। वो राह बड़े बड़े शब्द कहे ने गुरु ग्रंथ साहिब जी दे विच, और कहे नहीं वेखे ने भगतां ने, वैसे ये गल्लां कहण दियां नहीं हन। भगत जी कहंदे ने कि आज मेरे मन प्रगट पाया है पेखी अले धर्म राओ। इस बाणी विच भी अगे आएगा कि चित्रगुप्त वेख रहे ने, धर्मराज भी बैठा होया, सब व्याख्या आवेगी। हुण ये साडी अपनी कमी है भी असी गुरबाणी दी व्याख्या अपने मन अनुसार करने आ। जिहड़ी चीज़ तो सानू डर है वो कहने है ही नहीं, इस धरती ते ब्रह्मंड विच है ही कोई नहीं, जमदूत कोई नहीं हुंदे, मौत कोई नहीं हुंदी, तां वैसे ही है सब कुछ, उहदे तो छुट्टण वास्ते है। पर एक गल याद रखनी चाहिए, एक कहावत है असी कह देने आ छुट्टण वास्ते भी ये है ही नहीं, कोई मौत नहीं, कोई जमदूत नहीं, कोई नहीं हुंदा हिसाब। क्योंकि जे सारियां चीज़ां मन लईए तो सानू जीवन जिहड़ा है धर्म अनुसार जिउणा पएगा, जिन्हों असी जिउणा नहीं चाहुंदे। इसलिए यही सौखा इलाज है इस गल दा भी तुसी इहनूं अभ्यास नूं दृढ़ कर दिओ। कुछ नहीं हुंदा जी, खाओ पीओ मौज करो, आ जिहड़े 40-50 साल मिले ने इहदे विच ऐश करो। किन्ने वेखिआ अग्गा, पर जिस गुरु नूं मत्था टेकने उन्हें कहा भी है, ये गल पक्की है भी सारे लोगों ने अग्गा नहीं वेख्या। पर एक गल तो पक्की है, वो सिख कादा जिदे गुरु ने अग्गा वेख्या होवे ते सिख ना मन्ने, वो सिख ही कादा है। गुरु ने 500 साल तजर्बा किया होवे, वेख वेख के खोज खोज के किसी गल ते तजर्बा करके लिखिया होवे ते सिख सुन के कवे मनण विच नहीं आउंदी गल, पता नहीं है कि नहीं। तो जदों कोई सिख कहता है भी अग्गा कुछ है कि नहीं, उस सिख नूं अपने मन का इलाज कराउणा चाहिए। किते बीमारी पै गई है, गुरु कह रहा तो सिख नहीं मनदा पिया, किते रोग है उहदे अंदर, शंका जाग पिया है। तो इस ढंग दे नाल जिन्हां ने देखिया, भगत जी कहंदे आज मेरे मन प्रगट पाया है पेखी अले धर्म राओ। ते बंदा कहंदा ना ही कर दिओ, ना धर्मराज नूं मनो ते ना बंदा धर्म दे मार्ग विच आवे। इहदा इलाज ये ढंग ठीक नहीं भी असीं मन्नीए ना, कदी साडा फिर जीवन नहीं सुधर सकेगा। किसी ने दे उत्ते बड़ी सुंदर कहानी कही है कि कुछ कबूतर जिहड़े ने उन्हां ने सलाह की बिल्ली तो किवें बचिया जाए, खा जाती सी, बड़ी खतरनाक सी उस थां ते। किसी ने कहा इत्थों थां बदल लैनी चाहिए, किसी ने कुछ कहा, किसी ने कुछ। एक ने कहा भी सब तो सौखा एक इलाज है कि जदों बिल्ली आवे उदों सारे जने अखां बंद कर लो ते कहो भी है ही नहीं। वो दूजिया ने कहा भी अखां बंद करन नाल बिल्ली खत्म नहीं हुंदी, वो कहंदा खत्म ना होवेगी, दिसेगी ना, चलो खा ही जाएगी और कुछ नहीं। तो बंदा सच्चाई तो अखां बंद करदा है, जिहड़ी सच्चाई उहदे नाल वापर नहीं हुंदी है ना,
ਉਹ ਕਹਿ ਦਿੰਦਾ ਵੀ ਇਹ ਹੈ ਹੀ ਨਹੀਂ, ਇਹਦੇ ਤੋਂ ਅੱਖਾਂ ਬੰਦ ਕਰ ਲਓ। ਪਰ ਅੱਖਾਂ ਬੰਦ ਕਰਨ ਨਾਲ ਕਬੂਤਰ ਨਹੀਂ ਬਚਦੇ ਕਦੀ, ਉਹਨਾਂ ਨੂੰ ਹੋਰ ਕੋਈ ਤਰੀਕਾ ਲੱਭਣਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਧਰਮ ਦੇ ਅਰਥ ਹੀ ਇਹ ਨੇ, ਮੌਤ ਤੋਂ ਬਚਿਆ ਕਿਵੇਂ ਜਾਏ, ਕਿਉਂਕਿ ਹੋਰ ਤਾਂ ਸਾਰੇ ਪ੍ਰਬੰਧ ਸੰਸਾਰ ਵਿੱਚ ਕਰ ਲਏ ਗਏ ਨੇ, ਪਰ ਮੌਤ ਤੋਂ ਬਚਣ ਦਾ ਕੋਈ ਪ੍ਰਬੰਧ ਨਹੀਂ। ਜਿਹੜੀ ਬੇਨਤੀ ਕਰ ਰਿਹਾ ਸੀ ਕਿ ਉਸ ਨਰਕ ਦੀ ਵਿਆਖਿਆ ਕੀਤੀ, ਭਾਈ ਗੁਰਦਾਸ ਜੀ ਕਹਿੰਦੇ ਨੇ, ਜਿਸ ਵੇਲੇ ਇਹ ਜਨਕ ਗਿਆ ਦੇਵਲੋਕ ਨੂੰ ਚੱਲਿਆ, ਗਣ ਗੰਧਰਵ ਸਭਾ ਸੁਖਵਾਸੀ, ਜੰਮਪੁਰ ਗਿਆ ਪੁਕਾਰ ਸੁਣ। ਪੁਕਾਰ ਸੁਣੀ ਉੱਥੇ, ਵਿਲ ਲਾਵਣ ਜੀ ਨਰਕ ਨਿਵਾਸੀ। ਉੱਥੇ ਨਰਕਾਂ ਦੇ ਜਿਹੜੇ ਜੀਵ ਸਨ ਤੜਫ ਰਹੇ ਸਨ। ਉਹਨੂੰ ਦਇਆ ਆ ਗਈ ਮਨ ਵਿੱਚ ਵੀ ਇਹ ਬੜੇ ਦੁਖੀ ਨੇ। ਬ੍ਰਹਮ ਗਿਆਨੀ ਜਿਹੜਾ ਹੈ, ਗੁਰਮੁਖ ਜਿਹੜਾ ਹੈ, ਉਹ ਪਰਉਪਕਾਰੀ ਹੈ। ਉੱਥੇ ਫਿਰ ਉਹਨੇ ਜਾ ਕੇ ਕਿਹਾ ਵੀ ਇਹ ਛੁੱਟ ਕਿਵੇਂ ਸਕਦੇ ਨੇ। ਜਵਾਬ ਮਿਲਿਆ, ਇਹਨਾਂ ਨੂੰ ਸਿਰਫ ਨਾਮ ਛਡਾ ਸਕਦਾ, ਉੱਥੇ ਹੋਰ ਕੁਝ ਚੱਲਦਾ ਹੀ ਨਹੀਂ ਜੀ। ਕੱਲ ਵੀ ਬੇਨਤੀ ਕੀਤੀ ਸੀ ਕਿ ਅਵਰ ਕਰਤੂਤ ਸਗਲੀ ਜਮ ਡਾਨੈ। ਹੋਰ ਜਿੰਨੀਆਂ ਕਰਤੂਤਾਂ ਨੇ ਨਾ, ਕਰਤੂਤ ਦਾ ਅਰਥ ਹੁੰਦਾ ਕੰਮ। ਕੋਈ ਕੁਝ ਕਰੇ, ਕੋਈ ਵੀ ਕਰਮ ਕਰ ਲਵੇ ਧਰਮ ਦਾ, ਉਹ ਜਿਹੜੇ ਨੇ ਕਰਮ ਜਿੰਨੇ ਵੀ ਸਹਾਇਤਾ ਕਰ ਸਕਦੇ ਨੇ, ਨਾਮ ਤੋਂ ਬਿਨਾਂ ਲੇਖੇ ਵਿੱਚ ਗੱਲ ਹੋਰ ਕੋਈ ਪੈਂਦੀ ਨਹੀਂ ਹੈ। ਅਵਰ ਕਰਤੂਤ ਸਗਲੀ ਜਮ ਡਾਨੈ। ਕੋਈ ਬੰਦਾ ਗਿਆ ਸੀ, ਅਮੀਰ ਬੜਾ ਸੀ, ਤਾਂ ਉੱਥੇ ਜਾ ਕੇ ਰੱਬ ਦੇ ਘਰ ਵਿੱਚ ਉਹਨੇ ਲਿਸਟ ਕੱਢ ਲਈ। ਕਹਿਣ ਲੱਗਾ ਇੰਨੇ ਵਾਰੀ ਯਾਤਰਾ ਤੇ ਗਿਆ। ਉਹਨਾਂ ਨੇ ਕਿਹਾ ਪਾੜ ਦਿਓ ਉਹਦਾ ਕਾਗਜ਼, ਇਹ ਨਹੀਂ ਕੰਮ ਆਉਣਾ। ਇੰਨੇ ਵਾਰੀ ਲੰਗਰ ਲਾਇਆ, ਇੰਨੀਆਂ ਛਬੀਲਾਂ ਲਾਈਆਂ, ਇੰਨਾ ਦਾਨ ਕੀਤਾ, ਬੜੇ ਕਰਮ ਨੇ, ਹੁਣ ਮੈਂ ਸਾਰਿਆਂ ਦਾ ਨਾਮ ਲੈ ਦਿੱਤਾ, ਸ਼ਰਧਾ ਟੁੱਟੇਗੀ ਤੁਹਾਡੀ। ਉਹਨਾਂ ਨੇ ਪੁੱਛਿਆ ਵੀ ਕਿਤੇ ਨਾਮ ਹੈ ਤੇਰੇ ਜੀਵਨ ਦੇ ਵਿੱਚ? ਕਹਿਣ ਲੱਗਾ ਜੀ ਮੇਰੇ ਜੀਵਨ ਵਿੱਚ ਕੋਈ ਨਾਮ ਨਹੀਂ, ਦੂਜਿਆਂ ਤੋਂ ਜਪਾਇਆ ਪੈਸੇ ਦੇ ਕੇ, ਆਪ ਨੇ ਜਪਿਆ। ਕਹਿਣ ਲੱਗੇ ਫਿਰ ਇਹ ਚੀਜ਼ਾਂ ਹੁਣ ਇੱਥੇ ਜਾਲੀ ਨੇ, ਸਾਰੀਆਂ ਚੱਲਦੀਆਂ ਨਹੀਂ। ਆਪ ਕੀਤਾ ਕਿ ਨਹੀਂ ਤੂੰ? ਸੇਵਾ ਤੇ ਸਿਮਰਨ ਦੋ ਚੀਜ਼ਾਂ ਬੰਦੇ ਦਾ ਨਿੱਜੀ ਖਜ਼ਾਨਾ ਹਨ। ਉਹਦੀ ਜ਼ਿੰਦਗੀ ਦੇ ਨਾਲ ਵਲੇਟੀਆਂ ਜਾਂਦੀਆਂ ਨੇ। ਜਦੋਂ ਕਰਦਾ ਹੈ, ਮੌਤ ਵੀ ਉਹਨਾਂ ਨੂੰ ਖੋ ਨਹੀਂ ਸਕਦੀ। ਹੋਰ ਸਭ ਕੁਝ ਖੋ ਲਿਆ ਜਾਏਗਾ। ਮੌਤ ਜਿਹੜੀ ਹੈ, ਮੌਤ ਦੇ ਅਰਥ ਨੇ ਹਰ ਇੱਕ ਚੀਜ਼ ਬੰਦੇ ਤੋਂ ਖੋ ਲੈਣੀ ਜਿਹੜੀ ਉਹਦੀ ਨਹੀਂ। ਤੇ ਧਰਮ ਕੀ ਹੈ? ਇੱਥੇ ਇਹ ਸਿਖਾਇਆ ਜਾਂਦਾ ਜੋ ਚੀਜ਼ ਤੇਰੀ ਨਹੀਂ ਤੈਨੂੰ ਤੂੰ ਆਪ ਛੱਡ ਦੇ। ਫਰਕ ਇੰਨਾ ਕੋਈ, ਹੋਰ ਕੋਈ ਫਰਕ ਨਹੀਂ ਹੈ। ਮੌਤ ਉਹਨੂੰ ਕਹਿੰਦੇ ਜਿਹੜੀ ਆਪ ਤੋੜ ਕੇ ਪਾਸੇ ਕਰ ਦਿੰਦੀ, ਜੋ ਬੰਦੇ ਦਾ ਹੈ ਨਹੀਂ। ਸਰੀਰ ਵੀ ਇਹਦਾ ਨਹੀਂ, ਧਨ ਵੀ ਇਹਦਾ ਨਹੀਂ, ਪਰਿਵਾਰ ਵੀ ਇਹਦਾ ਨਹੀਂ, ਮਕਾਨ ਵੀ ਇਹਦਾ ਨਹੀਂ, ਅਹੁਦਾ ਵੀ ਇਹਦਾ ਨਹੀਂ। ਧਰਮ ਕਹਿੰਦਾ ਹੈ ਵੀ ਇੱਕ ਦਿਨ ਮੌਤ ਨੇ ਜੂ ਛਡਾਉਣਾ, ਫਿਰ ਰੋਏਗਾ। ਪਹਿਲਾਂ ਥੋੜਾ ਥੋੜਾ ਛੱਡਣ ਦੀ ਪ੍ਰੈਕਟਿਸ ਕਰ ਲੈ, ਅਭਿਆਸ ਕਰ ਲੈ, ਇਹਨੂੰ ਵਿੱਚ ਰਹਿ, ਇਹਦੇ ਨਾਲ ਜੁੜਨਾ, ਇਹਨੂੰ ਛੱਡਣ ਦਾ ਅਭਿਆਸ ਪਹਿਲਾਂ ਕਰ, ਤਾਂ ਕਿ ਮੌਤ ਨੇ ਜੋ ਕੁਝ ਕਰਨਾ ਹੈ ਉਹਦੇ ਆਉਣ ਤੋਂ ਪਹਿਲਾਂ ਹੀ ਤੂੰ ਕਰ ਲੈ। ਤੇ ਜਦੋਂ ਮੌਤ ਆਵੇ, ਉਹ ਇਸ ਲਈ ਕਹਿੰਦੇ ਬ੍ਰਹਮ ਗਿਆਨੀ ਦੀ ਕਦੀ ਮੌਤ ਨਹੀਂ ਆਉਂਦੀ। ਬ੍ਰਹਮ ਗਿਆਨੀ ਸਦ ਜੀਵ ਹੈ, ਨਹੀਂ ਮਰਦਾ। ਕਿਉਂ ਨਹੀਂ ਮਰਦਾ? ਕਿਉਂਕਿ ਮੌਤ ਨੇ ਛਡਾਉਣਾ ਸੀ, ਜੋ ਕੁਝ ਉਹਦਾ ਨਹੀਂ ਸੀ ਉਹਨੇ ਪਹਿਲਾਂ ਹੀ ਛੱਡ ਦਿੱਤਾ। ਤੇ ਮੌਤ ਆਈ, ਨਮਸਕਾਰ ਕਰਕੇ ਵਾਪਸ ਚਲੀ ਗਈ। ਉਹਨੇ ਧੰਨਵਾਦ ਵੀ ਕੀਤਾ ਕਿ ਜਿਹੜਾ ਕੰਮ ਮੈਨੂੰ ਕਰਨਾ ਪੈਣਾ ਸੀ ਤੁਸੀਂ ਖੁਦ ਹੀ ਕਰ ਲਿਆ, ਬਹੁਤ ਚੰਗੀ ਗੱਲ ਹੈ। ਤਾਂ ਧਰਮ ਦੇ ਅਰਥ ਨੇ ਉਹ ਚੀਜ਼ਾਂ ਛਡਾਉਣੀਆਂ ਜਿਹੜੀਆਂ ਸਾਡੀਆਂ ਆਪਣੀਆਂ ਨੇ। ਤਾਂ ਇੱਥੇ ਗੁਰੂ ਸਾਹਿਬ ਨੇ ਬਚਨ ਕੀਤਾ, ਦੋ ਚੀਜ਼ਾਂ ਹੀ ਤੇਰੀਆਂ ਹਨ, ਸੇਵਾ ਤੇ ਸਿਮਰਨ। ਇਹੀ ਤੇਰਾ ਹੈ, ਬਾਕੀ ਕੁਝ ਵੀ ਤੇਰਾ ਨਹੀਂ। ਉਹ ਤੈਨੂੰ ਸਮੇਂ ਦੇ ਅਧੀਨ ਵਰਤਣ ਵਾਸਤੇ ਮਿਲਿਆ ਹੈ। ਤੇ ਜਿਨ੍ਹਾਂ ਨੇ ਰੱਬ ਨਾਲ ਆਪਣੀ ਸਾਂਝ ਪਾ ਲਈ, ਉਹਨਾਂ ਦੀ ਵਰਤਨ ਵੀ ਨਾਮ ਬਣ ਗਈ। ਸੁਖਮਣੀ ਸਾਹਿਬ ਵਿੱਚ ਬਚਨ ਪੜ੍ਹੋ, ਹਜ਼ੂਰ ਕਹਿੰਦੇ ਭਗਤ ਜਨਾਂ ਕੀ ਵਰਤਨ ਨਾਮ। ਵਰਤਨ ਦੇ ਅਰਥ ਨੇ ਵਰਤਨ ਵਾਲੀ ਚੀਜ਼ਾਂ, ਸਾਰਾ ਕੰਮ ਉਹ ਦਿੰਦਾ ਹੈ। ਥਿਰ ਕਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਇਸ ਕਰਕੇ ਉੱਥੇ ਨਾਮ ਹੀ ਚੱਲਦਾ ਹੈ। ਜਨਕ ਨੂੰ ਕਿਹਾ ਗਿਆ ਜੇ ਤੈਨੂੰ ਤਰਸ ਆਇਆ ਤੇ ਇੱਧਰ ਨਾਮ ਰੱਖ ਦੇ ਥੋੜਾ ਜਿਹਾ, ਉਹਦੇ ਵਿੱਚ
है गल जिन्हें जप जप के अंदर टिक गया ना, जिदे एक जपण वाला है। नाम दे अर्थ समझने, नाम दे अर्थ बड़े डूंघे ने, जपण तक सीमित नहीं। जपना ओदी आरंभता है, ओदा एक सिरा याद विच टिकाउणा, ओदा एक हिस्सा नाम नूं प्यार करना, ओदा एक हिस्सा ओदे वर्गे ही हो जाना, ओदा अखीरला हिस्सा भी ओ ही रह जाना, जपण वाला बचे ना। ये सारे ओदे हिस्से ने। कदी एक पहिए नाल गड्डी नहीं जे तुरनी, किते सोचते रहिए आप, वो नाम नहीं संपूर्ण। इस करके गुरु ग्रंथ साहब ने क्या हिरदे विच वसना चाहिए है। जप भी जरूर, वो रसना बड़ी महान, बड़ी धन है जिहड़ी उहनूं बोलदी है, जिहड़ी उहनूं वार-वार जपदी है, जिहड़ी उहनूं चेते करन वास्ते बोलदी, बड़ी मुबारक है वो रसना। पर यह गल ख्याल रखनी, शरीर की प्रक्रिया है जपना, अंदर उन्ना चिर नहीं जाएगा जिन्ना चिर बंदे दा प्यार वाला ध्यान ना जुड़ेगा। ख्याल रखना, मैं एक शब्द क्या, प्यार वाला ध्यान, कला ध्यान नहीं किया। अज इस गल नूं ध्यान विच चंगी तरह समझ लेना। ध्यान दे कले दे कोई बहुते वड्डे अर्थ नहीं, प्यार वाले ध्यान की गल है। वेखो ध्यान ते कई थावां ते साडा जुड़िया है। ध्यान ते बंदा दुश्मन दा भी करदा है, इन्ना ते रब दा भी नहीं करदा जिन्ना दुश्मन दा ध्यान करदा है। आ घर विच परिवार दे मैंबरां विच कईयां दी आपस विच बड़ी खैशबाजी हुंदी है। तुसीं वेखोगे ना भी उन्हां दा बंदा एक दूजा किन्ना ध्यान करदा है। ध्यान कोई बहुती वड्डी गल नहीं है। जे वो दो मैंबर ने परिवार दे ते दोवें सुखमणी पढ़दे ने, गुरु अर्जन देव जी की शहादत दे विच एक बैठा आया तो दूसरा आ गया तो पहले का चेहरा ही बदल गया, क्योंकि उसके अंदर ईर्खा है, द्वेष है। तो ध्यान ते बंदा दुश्मन का भी करता है। ध्यान कोई बहुत ही वड्डी गल नहीं। गुरु साहब ने कहा, जे तू नाम का ध्यान करना है तो संसार वाला कला ध्यान ना करी, वो कहते ने प्यार वाला ध्यान करी। तो जिन्हां दे अंदर वसिया होया है उन्हां दे विच नाम की इन्नी बरकत आ जाती कि आप छुटे ते दूजियां नूं छुड़ा सकदे। तां ही बचन कीता, जिनी नाम ध्याया गए मशक्कत काल, नानक ते मुख उजले, केती छुटी नाल कई छुट सकदे उन्हां नाल। तां जनक ने कहा भी मैं छड़ाउणा चाहुंदा, तो उन्हें कहा बई दसो किन्ना नाम चाहिए। एक पल उन्हें ध्यान किया उत्थे नाम का, सारा नरक खाली कर दिता है। भाई साहब ने लिखिया, गहने धरे उन एक नाम। इत्थे एक ख्याल रखना, गुरु गहना है। अब वचन आउंदा है, हम संतन की रेण प्यारे, हम संतन की सरना, संत हमारी ओट सताणी, संत हमारा गहना। बड़ी यदि लंबी व्याख्या है, ये विषय दे विच मैं छेड़ना नहीं चाहता। फिर किसी दिन ये विषय आवेगा भी संत हमारा गहने दे अर्थ की होंदे ने, जिन्हों रख के काम चला लईदा ते फिर वापस करीदा हुंदा है। संत कोल आउण जां सतगुरु जी की शरण दे विच आउण दे मतलब ये नहीं कि बंदा करे ही कुछ ना, वो तो एक सिर्फ सैल्फ हुंदा है, सहारा हुंदा है कि वो एक बारी उधार लैके तुर पवे ते परत के आप कमा के जो कुछ लिया सी वो भी वापस करदा है। इस करके जेड़े लोग मैं बेनती कर रहा सी, दो तरह की दृष्टि है। चरम दृष्टि जिन्हां दी मुंदी गई, मूंद लिए दरवाजे, जिन्हां ने संसार की दृष्टि तो गुरु की मत धारण करके दिव्य दृष्टि प्राप्त कर ली। जिहड़ी उन्हां दी दुनिया बनी, उन्हां ने अगली दुनिया वेख लई। हुण दोवां देशां दे निवासी ने, उधर भी वेख लेंदे, इधर भी वेख लेंदे। तो उधर जदों वेखण लग पैंदे ते इह संसार अपने आप जो जो दिसै सो रोगी वाली अवस्था बन जाती। कौन फिर ये नाल स्नेह करेगा? काम चलाउण लई फिरदे ने इत्थे, सिर्फ समा पूरा करना, ड्यूटी पूरी करनी। जिवें किते बहुत वड्डा कोई संसार दे विच किते कैंप लगे होण, कोई इस तरह की त्रासदी आई होवे, भुचाल आया होवे,
ਤੇ ਉੱਥੇ ਬਾਹਰੋਂ ਡਾਕਟਰ ਲੋਕ ਆਉਂਦੇ ਨੇ, ਉਹ ਕੈਂਪਾਂ ਵਿੱਚ ਫਿਰਦੇ ਰਹਿੰਦੇ, ਦਵਾਈ ਦਿੰਦੇ ਰਹਿੰਦੇ ਨੇ ਔਰ ਉੱਥੇ ਨਿਵਾਸ ਤਾਂ ਰੱਖਦੇ ਨੇ ਪਰ ਉਹਨਾਂ ਦਾ ਮਨ ਉੱਥੇ ਨਹੀਂ ਹੁੰਦਾ। ਉਹ ਸਿਰਫ ਕੰਮ ਕਰਨ ਵਾਸਤੇ ਆਏ। ਤਾਂ ਹੀ ਬਚਨ ਕੀਤਾ ਕਿ ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਉਹਨਾਂ ਨੂੰ ਉੱਥੇ ਹੋਰ ਪ੍ਰਯੋਜਨ ਕੋਈ ਨਹੀਂ, ਸਿਰਫ ਉਹ ਰੱਬ ਦੀ ਡਿਊਟੀ ਕਰਨ ਵਾਸਤੇ ਪਹੁੰਚੇ ਨੇ। ਇਸ ਕਰਕੇ ਕਹਿੰਦੇ ਉਹਨਾਂ ਦੀ ਦ੍ਰਿਸ਼ਟੀ ਕਿਵੇਂ ਦੀ ਹੈ। ਹਜ਼ੂਰ ਇਹਨਾਂ ਬਚਨਾਂ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਕਰਦੇ, ਕਹਿਣ ਲੱਗੇ ਜੇ ਕੋ ਕਹੈ ਕਰੈ ਵਿਚਾਰ, ਐਸਾ ਮਨੁੱਖ ਜੇ ਵਿਚਾਰ ਕਰਨ ਲੱਗ ਪਵੇ ਵੀ ਜਿੱਥੇ ਅਸੀਂ ਜੀ ਰਹੇ ਹਾਂ ਇਦੋਂ ਵੱਡੀ ਵੀ ਕੋਈ ਦੁਨੀਆ ਹੈ। ਫਿਰ ਸਾਹਿਬ ਕਹਿੰਦੇ ਕਰਤੇ ਕੈ ਕਰਨੈ ਨਾਹੀ ਸ਼ੁਮਾਰ। ਸ਼ੁਮਾਰ ਦਾ ਅਰਥ ਹੈ ਮਿਣਨਾ, ਕਰਨੇ ਦਾ ਅਰਥ ਹੈ ਚੋਜ। ਜੇ ਕੋਈ ਵਾਹਿਗੁਰੂ ਦੇ ਚੋਜਾਂ ਨੂੰ ਮਿਣਨ ਲੱਗੇ ਜਾਂ ਵਿਚਾਰ ਕਰਨ ਲੱਗ ਪਵੇ ਜਾਂ ਉਹਨਾਂ ਨੂੰ ਕਹਿਣ ਦਾ ਯਤਨ ਕਰੇ ਤੇ ਕੋਈ ਅੰਤ ਨਹੀਂ ਲੱਭਦਾ, ਪਤਾ ਹੀ ਨਹੀਂ ਲੱਗਦਾ ਕਿੰਨੇ ਕੁ ਨੇ। ਬਸ ਇਹ ਉਹਦੀ ਭਗਤੀ ਹੈ। ਇਹ ਉਹਨੂੰ ਉਹਦਾ ਜਿਹੜਾ ਮਨ ਹੈ ਇਹਨਾਂ ਚੀਜ਼ਾਂ ਨੂੰ ਵੇਖ ਵੇਖ ਕੇ ਇੱਕ ਦਸ਼ਾ ਵਿੱਚ ਚਲਾ ਜਾਂਦਾ ਹੈ। ਜਿਵੇਂ ਇਹ ਇੱਕ ਦਸ਼ਾ ਹੈ ਨਾ, ਆਪਾਂ ਕਹਿੰਦੇ ਹਾਂ ਫਲਾਣੇ ਬੰਦੇ ਨੂੰ ਬੁਖਾਰ ਹੈ, ਉਹਦੀ ਇੱਕ ਦਸ਼ਾ ਹੈ। ਉਹ ਜਿਹੜੀ ਦਸ਼ਾ ਉਹਨੂੰ ਕਹਿੰਦੇ ਇਹਨੂੰ ਵਿਸਮਾਦ ਹੋ ਗਿਆ। ਵਿਸਮਾਦ ਦਾ ਮਤਲਬ ਉਹਦੇ ਚੋਜ ਵੇਖ ਵੇਖ ਕੇ ਹੈਰਾਨ ਹੋਈ ਜਾਣਾ। ਵੇਖ ਵਿਡਾਨ ਰਿਆ ਵਿਸਮਾਦ, ਵਿਡਾਨ ਦਾ ਅਰਥ ਹੈ ਹੈਰਾਨ ਹੋ ਜਾਣਾ। ਤਾਂ ਤੁਸੀਂ ਜਿਹੜੇ ਗੁਰਮੁਖ ਹੋਏ, ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਗਏ, ਤਾਂ ਉਹਨਾਂ ਦਾ ਜੀਵਨ ਵੇਖੋਗੇ, ਉਹਨਾਂ ਦੀ ਵੇਖਣੀ, ਉਹਨਾਂ ਦਾ ਰਹਿਣਾ ਸਹਿਣਾ ਹੈਰਾਨੀ ਜਿਹਾ ਭਰਿਆ ਹੋਇਆ। ਕਿਉਂਕਿ ਵੇਖ ਵਿਡਾਨ ਰਿਹਾ ਵਿਸਮਾਦ, ਬੜੇ ਹੈਰਾਨ, ਕੋਈ ਅੰਤ ਨਹੀਂ। ਤਾਂ ਸਾਹਿਬ ਕਹਿੰਦੇ ਕਰਤੇ ਕੈ ਕਰਨੈ ਨਾਹੀ ਸ਼ੁਮਾਰ। ਜਦੋਂ ਉਹਦੇ ਚੋਜਾਂ ਨੂੰ ਵੇਖਦੇ ਨੇ ਉੱਥੇ ਕੋਈ ਅੰਤ ਨਹੀਂ ਲੱਭਦਾ। ਇਸ ਕਰਕੇ ਸਾਨੂੰ ਯਤਨ ਕਰਨਾ ਚਾਹੀਦਾ ਹੈ, ਜੇ ਦੁੱਖਾਂ ਤੋਂ ਛੁੱਟਣਾ ਹੈ ਤੇ ਸ਼ਬਦ ਦੁਆਰਾ ਇਸ ਦੁਨੀਆ ਵਿੱਚੋਂ ਉੱਚੇ ਉੱਠਣਾ ਚਾਹੀਦਾ ਹੈ। ਉਸ ਦੁਨੀਆ ਨੂੰ ਲੱਭਣਾ ਚਾਹੀਦਾ ਜਿੱਥੇ ਜਾ ਕੇ ਹੈਰਾਨੀ ਵਾਪਰਦੀ ਹੈ, ਜਿੱਥੇ ਜਾ ਕੇ ਆ ਬਿਲਕੁਲ ਕੂੜਾ ਰਹਿ ਜਾਂਦਾ ਹੈ, ਜਿਹਦੇ ਪਿੱਛੇ ਬੰਦਾ ਦੌੜਿਆ ਫਿਰਦਾ ਹੈ। ਤਾਂ ਹੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਹਾ ਕਿ ਬਿਨ ਨਾਵੇ ਜਗ ਕਮਲਾ ਫਿਰੈ। ਸੱਚ ਜਾਣੋ, ਜਦੋਂ ਗੁਰਬਾਣੀ ਪੜ੍ਹਦੇ ਆ ਤੇ ਉਹ ਸਾਨੂੰ ਇਉਂ ਕਹਿੰਦੇ ਨੇ ਜਿਵੇਂ ਇੱਕ ਕਮਲਾ ਬੰਦਾ ਕੂੜੇ ਤੋਂ ਲੀਰਾਂ ਇਕੱਠੀਆਂ ਕਰਦਾ ਫਿਰਦਾ, ਕੂੜਾ ਫੋਲਦਾ। ਤੁਸੀਂ ਵੇਖਿਆ ਹੋਵੇਗਾ, ਕੋਈ ਜੋ ਲੱਭਦਾ ਉਹ ਆਪਣੇ ਸਰੀਰ ਤੇ ਬੰਨ ਲੈਂਦਾ ਹੈ, ਕੁਝ ਨਹੀਂ ਛੱਡਦਾ। ਤਾਂ ਜਿਨ੍ਹਾਂ ਨੂੰ ਨਾਮ ਔਰ ਗੁਰੂ ਦੇ ਪਿਆਰ ਦੀ ਗੱਲ ਸਮਝ ਵਿੱਚ ਆ ਗਈ, ਉਹ ਜਦੋਂ ਸਾਡੇ ਵਰਗੇ ਲੋਕਾਂ ਨੂੰ ਵੇਖਣਗੇ ਤਾਂ ਉਹ ਕਹਿਣਗੇ ਵੀ ਕੋਈ ਫਰਕ ਨਹੀਂ। ਇੱਕ ਬੰਦਾ ਬਾਹਰ ਕੂੜੇ ਤੋਂ ਲੀਰਾ ਚੁਗਦਾ ਪਿਆ, ਇੱਕ ਸ਼ੋਰੂਮ ਵਿੱਚ ਬੈਠ ਕੇ ਚੁਗੀ ਜਾਂਦਾ, ਫਰਕ ਉਹਦੀ ਨਜ਼ਰ ਵਿੱਚ ਕੋਈ ਨਹੀਂ ਹੈ, ਦੋਵੇਂ ਇੱਕੋ ਜਿਹੇ ਨੇ। ਉਹਨੂੰ ਉੱਥੇ ਵੀ ਕੂੜਾ ਹੀ ਦਿਸਦਾ। ਕੂੜੇ ਦੇ ਆਖਰੀ ਅਰਥ ਨੇ ਜੋ ਦਿਸੇ, ਕੂੜੇ ਦੇ ਅਰਥ ਨੇ ਬੇਕਾਰ, ਵਿਅਰਥ ਚੀਜ਼ ਜਿਹੜੀ ਕੰਮ ਵਿੱਚ ਨਾ ਆਵੇ। ਇੱਥੇ ਜੋ ਕੁਝ ਦਿਸਦਾ ਉਹਨੂੰ ਕੂੜਾ ਕਿਉਂ ਕਿਹਾ? ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ। ਇਹ ਕਿਉਂ ਕੂੜ ਹੈ? ਇਹਦੇ ਅਰਥ ਨੇ ਇਹ ਥੋੜੇ ਚਿਰ ਵਾਸਤੇ ਕੰਮ ਚਲਾਉਣ ਵਾਸਤੇ ਚੀਜ਼ਾਂ ਮਿਲੀਆਂ ਸਨ। ਬੰਦੇ ਨੇ ਸੋਚਿਆ ਪੰਡਾ ਬੰਨ੍ਹ ਲਈਏ, ਇਹ ਅੱਗੇ ਵੀ ਕੰਮ ਦੇ ਜਾਣਗੀਆਂ। 40-50 ਸਾਲ ਦੀ ਖੇਡ ਹੈ, ਇਸ ਤੋਂ ਲੰਮੀ ਹੈ ਨਹੀਂ। ਉਹ ਵੀ ਜਿਨ੍ਹਾਂ ਨੂੰ ਇੰਨੇ ਕੁ ਮਿਲ ਗਏ ਸਾਲ, ਜਿਨ੍ਹਾਂ ਨੂੰ ਨਾ ਮਿਲੇ ਉਹਨਾਂ ਵਾਸਤੇ ਇਹ ਵੀ ਨਹੀਂ। ਚਲੋ ਕੁਝ ਜ਼ਿਆਦਾ ਜੀ ਲਿਆ ਤਾਂ ਉਹਨੂੰ ਕਵਾਂਗੇ ਵੀ 100 ਸਾਲ, ਹੁਣ ਇਸ ਤੋਂ ਅੱਗੇ ਤਾਂ ਕੋਈ ਜਾਂਦਾ ਹੀ ਨਹੀਂ। ਤਾਂ ਇਹ ਜਿਨ੍ਹਾਂ ਦੀ ਉਸ ਦੁਨੀਆ ਤੱਕ ਜਿੰਨਾ ਚਿਰ ਬੰਦੇ ਦੀ ਅੱਖ ਨਹੀਂ ਖੁੱਲ੍ਹਦੀ ਤਾਂ ਇਹਦੇ ਵਿੱਚੋਂ ਨਹੀਂ ਛੁੱਟਦਾ। ਗੁਰੂ ਸਾਹਿਬ ਨੇ ਜਿਹੜੀ ਸਾਨੂੰ ਨਾਮ ਦੀ ਦਾਤ ਬਖਸ਼ੀ ਹੈ, ਉਹਦਾ ਪ੍ਰਯੋਜਨ ਹੀ ਇਹ ਹੈ ਕਿ ਬੰਦਾ ਇਸ ਦੇਹ ਦੇ ਵਿੱਚ ਰਹਿੰਦਿਆਂ ਹੋਇਆਂ ਇਹਦੇ ਤੋਂ ਉੱਚਾ ਉੱਠ ਜਾਏ, ਇਸ ਸਰੀਰ ਦੀ ਦੁਨੀਆ ਚੋਂ। ਇਸ ਲਈ ਕਹਿੰਦੇ ਕਰਤੇ ਕੈ ਕਰਨੈ ਨਾਹੀ ਸ਼ੁਮਾਰ, ਕੋਈ ਅੰਤ ਨਹੀਂ। ਅੱਗੇ ਬਚਨ ਕੀਤਾ, ਕਹਿੰਦੇ ਧੌਲ ਧਰਮ ਦਇਆ ਕਾ ਪੂਤ। ਜਿਨ੍ਹਾਂ ਦੀ ਅੱਖ ਖੁੱਲ ਗਈ,
ਉਹਨਾਂ ਨੇ ਵੇਖਿਆ ਵੀ ਧੌਲ ਕੌਣ ਹੈ। ਇੱਕ ਪੁਰਾਣਾ ਵਿਚਾਰ ਚੱਲਦਾ ਸੀ ਕਿ ਇਸ ਜ਼ਮੀਨ ਨੂੰ ਇੱਕ ਚਿੱਟੇ ਰੰਗ ਦੇ ਬਲਦ ਨੇ ਆਪਣੇ ਸਿੰਗਾਂ ਤੇ ਚੁੱਕਿਆ ਹੋਇਆ। ਅਸੀਂ ਵੀ ਸੁਣਿਆ, ਬੜਾ ਕੁਝ ਸੁਣਿਆ ਕਹਾਣੀਆਂ ਵਿੱਚ ਛੋਟੇ ਹੁੰਦੇ, ਵੀ ਚੰਦਰਮਾ ਤੇ ਕੋਈ ਚਰਖਾ ਕੱਤ ਰਿਹਾ ਹੈ। ਕਿਸੇ ਨੇ ਕਿਹਾ ਕਿ ਧਰਤੀ ਦੇ ਥੱਲੇ ਇੱਕ ਬਲਦ ਹੈ, ਉਹ ਥੱਕਿਆ ਖੜਾ ਹੈ, ਹੁਣ ਉਹਨੇ ਸਿੰਗ ਬਦਲਣਾ ਤੇ ਭੁਚਾਲ ਆ ਜਾਣਾ ਹੈ। ਇਹ ਬੜੀਆਂ ਗੱਲਾਂ ਚੱਲਦੀਆਂ ਸੰਸਾਰ ਦੇ ਵਿੱਚ। ਸਤਿਗੁਰੂ ਨੇ ਉਸ ਵੇਲੇ ਕਿਸੇ ਦ੍ਰਿਸ਼ਟੀ ਦੇ ਨਾਲ ਵੇਖਿਆ ਵੀ ਥੱਲੇ ਕੋਈ ਬਲਦ ਹੈ ਨਹੀਂ। ਖੰਡਨ ਨਹੀਂ ਕੀਤਾ, ਕੱਲਾ ਵੇਖ ਕੇ ਕੀਤਾ ਖੰਡਨ। ਕੱਲਾ ਖੰਡਨ, ਅਸੀਂ ਤਾਂ ਖੰਡਨ ਵੈਸੇ ਹੀ ਕਰਨਾ। ਜਿਹੜੇ ਬੰਦੇ ਨਾਲ ਸਾਨੂੰ ਵਿਰੋਧ ਹੈ, ਸਾਡੇ ਖੰਡਨ ਵਿੱਚ ਅਸੀਂ ਕਵਾਂਗੇ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਬੜੇ ਤਰਕ ਨੇ, ਬੜੇ ਖੰਡਨ ਕੀਤੇ ਹੋਏ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਖੰਡਨ ਕੀਤੇ ਨਾ, ਜਿਨ੍ਹਾਂ ਧਰਮਾਂ ਦੇ, ਜਿਨ੍ਹਾਂ ਚੀਜ਼ਾਂ ਦੇ, ਉਹਨਾਂ ਪਹਿਲਾਂ ਵੇਖਿਆ ਇਸ ਅੱਖ ਨਾਲ ਵੀ ਕੋਈ ਬਲਦ ਹੈ ਨਹੀਂ, ਤਾਂ ਖੰਡਨ ਕੀਤਾ। ਅਸੀਂ ਕਿਹਦਾ ਖੰਡਨ ਕਰਨੇ ਆ? ਜਿਹੜਾ ਬੰਦਾ ਸਾਡੀ ਉਸਤਤ ਨਹੀਂ ਕਰਦਾ, ਅਸੀਂ ਉਹਦਾ ਖੰਡਨ ਹੀ ਕਰਾਂਗੇ। ਹੋਰ ਕੁਝ ਨਾ ਲੱਭੇ ਜੀ, ਇਹਨੇ ਪੱਗ ਜਿਹੜੀ ਇੰਨੇ ਬਲਾਂ ਵਾਲੀ ਬੱਧੀ ਹੋਈ ਠੀਕ ਨਹੀਂ ਹੈ, ਇਹ ਤੁਰਦਾ ਠੀਕ ਨਹੀਂ, ਇਹਦੇ ਕੱਪੜੇ ਠੀਕ ਨਹੀਂ ਹਨ, ਇਹ ਤਾਂ ਬੇਈਮਾਨ ਬਹੁਤ ਆਦਮੀ ਹੈ। ਸਾਡੇ ਖੰਡਨ ਦਾ ਮਤਲਬ ਹੈ ਜਿਹੜਾ ਸਾਡੇ ਅੱਗੇ ਨਹੀਂ ਝੁਕਦਾ ਉਹਦਾ ਅਸੀਂ ਖੰਡਨ ਕਰਨਾ ਹੈ। ਜਿਹੜਾ ਝੁਕ ਗਿਆ ਭਾਵੇਂ ਗਧਾ ਕਿਉਂ ਨਾ ਹੋਵੇ, ਉਹਨੂੰ ਕਹਾਂਗੇ ਵੀ ਸ਼ੇਰ ਹੈ, ਇਹ ਆਦਮੀ ਬਹੁਤ ਠੀਕ ਹੈ। ਜਿਹੜਾ ਤੇ ਕਹਿ ਦੇ ਜੀ ਤੁਸੀਂ ਬਹੁਤ ਠੀਕ ਹੋ। ਇਸ ਕਰਕੇ ਸਿਆਣਿਆਂ ਦਾ ਇੱਕ ਤਜਰਬਾ ਹੈ ਕਿ ਬਹੁਤ ਵੱਡੇ ਵੱਡੇ ਲੋਕਾਂ ਦੇ ਆਲੇ ਦੁਆਲੇ ਬਹੁਤ ਹੀਣ ਲੋਕ ਹੁੰਦੇ ਨੇ, ਗਲਤ ਲੋਕ ਹੁੰਦੇ ਨੇ, ਕਿਉਂਕਿ ਗਲਤ ਲੋਕ ਹੀ ਉਹਨਾਂ ਦੀ ਵਡਿਆਈ ਕਰ ਸਕਦੇ ਨੇ। ਠੀਕ ਬੰਦੇ ਤਾਂ ਸੱਚ ਕਹਿਣਗੇ ਨਾ। ਇਸ ਕਰਕੇ ਗੁਰੂ ਸਾਹਿਬ ਨੇ ਵੇਖਿਆ ਵੀ ਕੋਈ ਥੱਲੇ ਬਲਦ ਨਹੀਂ ਖੜਾ ਹੋਇਆ ਧਰਤੀ ਦੇ। ਉਹਦਾ ਤਰਕ ਵੀ ਦਿੱਤਾ ਅੱਗੇ ਜਾ ਕੇ। ਔਰ ਇਹ ਇੱਕ ਸਚਾਈ ਹੈ ਕਿ ਧਰਤੀ ਹੋਰ ਪਰੈ ਹੋਰ ਤਿਸਤੇ ਭਾਰ ਤਲੈ ਕਵਣ ਜੋਰ। ਬੜੀ ਵੱਡੀ ਪ੍ਰਯੋਗਸ਼ਾਲਾ ਸੀ ਗੁਰੂ ਨਾਨਕ ਸਾਹਿਬ ਦੇ ਕੋਲ। ਉਦੋਂ ਕੋਈ ਉਪਕਰਨ ਨਹੀਂ ਸੀ, ਕੋਈ ਇਸ ਤਰ੍ਹਾਂ ਦਾ ਸਿਸਟਮ ਨਹੀਂ ਸੀ ਜਿਹਦੇ ਨਾਲ ਦੇਖ ਲੈਂਦੇ ਕਿ ਧਰਤੀ ਆਕਾਸ਼ ਵਿੱਚ ਉੱਡਦੀ ਫਿਰਦੀ ਹੈ। ਪਰ ਗੁਰੂ ਸਾਹਿਬ ਨੇ ਉਦੋਂ ਵੇਖਿਆ ਵੀ ਜੇ ਇਸ ਧਰਤੀ ਦੇ ਥੱਲੇ ਬਲਦ ਖੜਾ ਹੈ ਤੇ ਉਸ ਬਲਦ ਦੇ ਪੈਰ ਕਿਹਦੇ ਉੱਤੇ ਟਿਕੇ ਹੋਏ ਨੇ? ਸਵਾਲ ਕੀਤਾ। ਇਹਦਾ ਮਤਲਬ ਸਾਫ਼ ਹੈ ਕਿ ਗੁਰੂ ਸਾਹਿਬ ਨੇ ਸਾਰੀ ਧਰਤੀ ਨੂੰ ਇੱਕ ਸਾਈਡ ਤੇ ਹੋ ਕੇ ਵੇਖਿਆ ਵੀ ਇਹ ਗੋਲ ਗੇਂਦ ਵਾਂਗ ਆਕਾਸ਼ ਵਿੱਚ ਉੱਡੀ ਫਿਰਦੀ ਹੈ। ਹੁਣ ਵਿਗਿਆਨ ਆ ਗਿਆ ਹੈ ਔਰ ਇਹਦੇ ਲੈਸਨ ਨੇ, ਸਾਇੰਸ ਰੂਮ ਬਣੇ ਹੋਏ ਨੇ, ਵਿਖਾਇਆ ਜਾਂਦਾ ਹੈ। ਆ ਬਹੁਤੇ ਵਿਦਿਆਰਥੀ ਨੇ, ਕੋਈ ਕਹਿੰਦਾ ਮੈਂ MA ਕੀਤੀ, ਕੋਈ BA। ਉਹਨੂੰ ਪੁੱਛੋ ਧਰਤੀ ਆਕਾਸ਼ ਵਿੱਚ ਉੱਡਦੀ, ਕਹਿੰਦੇ ਜੀ ਕਿਵੇਂ ਉੱਡਦੀ? ਸਮਝ ਨਹੀਂ ਆਈ ਅਜੇ ਤੱਕ। ਬੁੱਧੀ ਵਿਕਸਿਤ ਨਹੀਂ ਨਾ ਹੋਈ, ਵਾਧਾ ਨਹੀਂ ਹੋਇਆ ਉਹਦੇ ਵਿੱਚ। ਤਾਂ ਗੁਰੂ ਸਾਹਿਬ ਨੇ ਉਦੋਂ ਵੇਖਿਆ ਕਿ ਧੌਲ ਧਰਮ ਅਸਲ ਵਿੱਚ ਚਿੱਟੇ ਰੰਗ ਦਾ ਬਲਦ ਕਿਹੜਾ ਹੈ? ਚਿੱਟੇ ਰੰਗ ਦਾ ਬਲਦ ਹੈ ਧਰਮ। ਧੌਲ ਧਰਮ, ਤੇ ਉਹ ਕਿਹਦਾ ਪੁੱਤਰ ਹੈ? ਕਿਹਦੇ ਵਿੱਚੋਂ ਪੈਦਾ ਹੁੰਦਾ ਹੈ? ਧਰਮ ਕਿੱਥੇ ਆਵੇਗਾ? ਦਇਆ ਕਾ ਪੂਤ, ਉਹ ਦਇਆ ਦਾ ਪੁੱਤਰ ਹੈ। ਜਿੱਥੇ ਮਾਂ ਹੀ ਨਹੀਂ ਉੱਥੇ ਪੁੱਤਰ ਕਿਵੇਂ ਆਏਗਾ? ਜਿੱਥੇ ਦਇਆ ਨਹੀਂ ਉੱਥੇ ਧਰਮ ਕਿਵੇਂ ਆਏਗਾ? ਅੰਦਰ ਨਰਮ ਨਹੀਂ ਹੋਇਆ ਬੰਦੇ ਦਾ, ਅੰਦਰੋਂ ਬੇਈਮਾਨੀ ਨਹੀਂ ਗਈ, ਅੰਦਰੋਂ ਵਲ ਫੇਰ ਨਹੀਂ ਗਏ, ਅੰਦਰੋਂ ਹੇਰਾ ਫੇਰੀ ਨਹੀਂ ਗਈ, ਧਰਮ ਦਾ ਕੋਈ ਸਵਾਲ ਨਹੀਂ। ਜੇ ਇਸ ਤਰ੍ਹਾਂ ਦਾ ਬੰਦਾ ਕੋਈ ਧਾਰਮਿਕ ਦਿਸਦਾ ਹੈ ਨਾ ਵੀ ਇਹ ਧਾਰਮਿਕ ਹੈ, ਬੇਈਮਾਨ ਵੀ ਹੈ, ਰਿਸ਼ਵਤਖੋਰ ਵੀ ਹੈ, ਝੂਠਾ ਵੀ ਹੈ। ਅੱਜ ਕੱਲ੍ਹ ਤੇ ਲੋਕ ਕਹਿੰਦੇ ਨੇ ਰਿਸ਼ਵਤ ਤਾਂ ਬਹੁਤ ਲੈਂਦਾ ਸੀ, ਚਲੋ ਫਿਰ ਵੀ ਧਾਰਮਿਕ ਹੈ ਹੀ ਸੀ ਨਾ। ਰਿਸ਼ਵਤ ਬੜੀ ਮੋਟੀ ਲਈ, ਚਲੋ ਫਿਰ ਵੀ ਧਾਰਮਿਕ ਹੈ ਹੀ ਸੀ। ਤਾਂ ਇਹ ਹੋ ਸਕਦਾ ਹੈ ਮਾਂ ਕੋਈ ਨਹੀਂ ਸੀ, ਪੁੱਤਰ ਖਰੀਦ ਕੇ ਲਿਆਂਦਾ ਹੋਵੇ, ਕਿਤੇ ਉਹ ਮਿਲ ਹੀ ਜਾਂਦਾ ਹੈ ਨਾ, ਖਰੀਦਿਆ ਹੋਵੇ ਪੁੱਤਰ, ਕਿਤੇ ਉਹ ਧਰਮ ਖਰੀਦ ਕੇ ਲਿਆਂਦਾ ਹੋਵੇ। ਬੜੇ ਬੜੇ ਧਰਮ ਦੇ ਹੁਣ ਠੇਕੇਦਾਰ ਵੀ ਨੇ ਜਿਹੜੇ ਧਰਮ ਨੂੰ ਵੇਚ ਵੀ ਦਿੰਦੇ ਨੇ। ਲੈ ਲਓ ਉਹਨਾਂ ਤੋਂ ਜਾ ਕੇ, 4 ਬੰਦੇ ਦੁਆਲੇ ਖੜੇ ਕਰ ਦਿਓ ਧਾਰਮਿਕ, ਉਹ ਵਿਖਾ ਦਿਓ ਲੋਕਾਂ ਨੂੰ ਵੀ ਆਹ ਵੇਖੋ ਆਹ ਸਿਰੇ ਦੇ ਧਾਰਮਿਕ ਬੰਦੇ ਸਾਡੇ ਨਾਲ ਖੜੇ ਨੇ। ਤਾਂ ਇਹਨੂੰ ਕਹਿੰਦੇ ਨੇ ਖਰੀਦਿਆ ਹੋਇਆ ਪੁੱਤਰ। ਕਈ ਵਾਰੀ ਮਾਂ ਨਾ ਹੋਵੇ,
ਪੁੱਤਰ ਖਰੀਦ ਕੇ ਲਿਆਂਦਾ ਜਾ ਸਕਦਾ। ਜਨਮ ਕਿਸੇ ਦੇ ਘਰ ਵਿੱਚ ਹੋਵੇ, ਪੈਸਿਆਂ ਨਾਲ ਖਰੀਦ ਲਿਆਂਦਾ, ਪਰ ਉਹਦੇ ਨਾਲ ਸਨੇਹ ਨਹੀਂ ਬਣੇਗਾ, ਉਹਦੇ ਨਾਲ ਪਿਆਰ ਨਹੀਂ ਬਣੇਗਾ, ਉਹਦੇ ਨਾਲ ਅੰਦਰਲਾ ਨਹੀਂ ਘੁਲੇਗਾ। ਤਾਂ ਜਿਹੜੀ ਬੇਨਤੀ ਆਪ ਜੀ ਨਾਲ ਸਾਂਝੀ ਕਰ ਰਿਹਾ ਸਾਂ, ਧਰਮ ਨੂੰ ਵੀ ਲੋਕ ਖਰੀਦ ਕੇ ਮਤਰੇ ਪੁੱਤਰ ਵਾਂਗ ਰੱਖਦੇ ਨੇ, ਉਹਨਾਂ ਦਾ ਆਪਣਾ ਨਹੀਂ ਹੁੰਦਾ। ਤਾਂ ਸਤਿਗੁਰੂ ਨੇ ਬਚਨ ਕੀਤੇ ਕਿ ਦਇਆ ਦਾ ਪੁੱਤਰ ਹੈ ਜਿਹੜਾ ਧਰਮ ਹੈ। ਜੇ ਦਇਆ ਹੈ ਅੰਦਰ ਅੰਦਰ ਇੱਕ ਨਰਮ ਅਵਸਥਾ ਹੈ ਕਿਸੇ ਪ੍ਰਤੀ, ਔਰ ਦਇਆ ਇਸ ਤਰ੍ਹਾਂ ਦੀ ਨਹੀਂ ਹੁੰਦੀ ਕਿ ਉਹ ਥੋੜੇ ਚਿਰ ਲਈ ਬਣਾਈ ਜਾਂਦੀ ਹੈ, ਥੋੜੇ ਚਿਰ ਵਾਸਤੇ ਉਹਨੂੰ ਉੱਥੇ ਪੈਦਾ ਕੀਤਾ ਜਾਂਦਾ, ਫਿਰ ਦਇਆ ਘਟਾ ਦਿੱਤੀ ਜਾਂਦੀ ਹੈ। ਨਹੀਂ, ਦਇਆ ਦੇ ਅਰਥ ਨੇ ਜਦੋਂ ਨਾਮ ਅੰਦਰ ਆਏਗਾ, ਦਇਆ ਲਗਾਤਾਰ ਬੰਦੇ ਵਿੱਚ ਰਹੇਗੀ। ਉਹ ਕੇਵਲ ਆਦਮੀਆਂ ਲਈ ਨਹੀਂ ਰਹਿੰਦੀ। ਜਿਹਦੇ ਅੰਦਰ ਦਇਆ ਆ ਗਈ ਨਾ, ਉਹਦੇ ਉੱਠਣ ਦਾ ਤਰੀਕਾ ਵੀ ਤਬਦੀਲ ਹੋ ਜਾਏਗਾ, ਅੰਦਰਲੀ ਅਵਸਥਾ ਦਾ ਬਾਹਰ ਅਸਰ ਪਏਗਾ ਨਾ। ਜੇ ਅੰਦਰ ਤਬਦੀਲੀ ਆਈ ਤੇ ਚਾਲ ਢਾਲ ਵਿੱਚ ਫਰਕ ਜ਼ਰੂਰ ਪਏਗਾ। ਉਹ ਉੱਠੇਗਾ ਵੀ, ਉਹ ਜੇ ਕਿਸੇ ਨਿਰਜਿੰਦ ਚੀਜ਼ ਨੂੰ ਵੀ ਹੱਥ ਲਾਏਗਾ ਬੜੀ ਦਇਆ ਨਾਲ, ਬੜੇ ਪਿਆਰ ਨਾਲ, ਹਰ ਇੱਕ ਚੀਜ਼ ਨਾਲ ਵਰਤਾਵ ਉਹਦਾ ਨਰਮ ਹੋ ਜਾਏਗਾ ਬਿਲਕੁਲ। ਅੰਦਰ ਹਮਦਰਦੀ ਹੋਵੇਗੀ ਉਹਦੇ ਅੰਦਰ। ਤਾਂ ਪਹਿਲਾ ਨਾਮ ਦੁਆਰਾ ਦਇਆ ਪੈਦਾ ਹੁੰਦੀ ਹੈ। ਧੌਲ ਧਰਮ ਦਇਆ ਕਾ ਪੂਤ। ਫਿਰ ਸਾਹਿਬ ਕਹਿੰਦੇ ਸੰਤੋਖ ਥਾਪ ਰੱਖਿਆ ਜਿਨ ਸੂਤ। ਹੁਣ ਸੂਤ ਦਾ ਅਰਥ ਹੈ ਸੂਤਰ, ਸੰਤੋਖ ਦਾ ਅਰਥ ਹੈ ਤ੍ਰਿਪਤੀ। ਕਿਸੇ ਨੇ ਪੁੱਛਿਆ ਬਈ ਜੇ ਧੌਲ ਧਰਮ ਨੇ, ਚਿੱਟੇ ਬਲਦ ਨੇ ਧਰਤੀ ਨਹੀਂ ਚੁੱਕੀ, ਇਹ ਸਾਰੇ ਕੁਝ ਨੂੰ ਬੰਨਿਆ ਕਿੰਨੇ ਹੋਇਆ? ਆ ਜਿਹੜਾ ਸਾਰਾ ਸਿਸਟਮ ਉੱਡ ਰਿਹਾ ਨਾ, ਕਿ ਸਾਗਰ ਪੰਡਾ ਪਾਇਆ, ਤੁਸੀਂ ਚਲੋ ਧਰਤੀ ਦੀ ਗੱਲ ਛੱਡੋ, ਆ ਆਕਾਸ਼ ਵਿੱਚ ਬੱਦਲ ਆਉਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਇਹਦੇ ਵਿੱਚ ਇੰਨਾ ਪਾਣੀ ਹੁੰਦਾ ਜਿਵੇਂ ਸਮੁੰਦਰ ਵਿੱਚ ਜਿੰਨਾ ਪਾਣੀ ਹੈ। ਆਕਾਸ਼ ਵਿੱਚ ਜਦੋਂ ਬੱਦਲ ਉੱਡਦੇ ਨੇ ਨਾ, ਉਹਨਾਂ ਵਿੱਚ ਪਾਣੀ ਇੰਨੀ ਬਹੁਤਾਤ ਵਿੱਚ ਹੁੰਦਾ ਹੈ ਕਿ ਜਿਵੇਂ ਸਮੁੰਦਰ ਹੀ ਧਰਤੀ ਤੋਂ ਉੱਠ ਕੇ ਆਕਾਸ਼ ਵਿੱਚ ਆ ਜਾਏ। ਇੰਨੇ ਪਾਣੀ ਨੂੰ ਕਿੰਨੇ ਚੁੱਕਿਆ ਹੋਇਆ ਹੈ? ਆ ਤੁਸੀਂ ਕਦੀ ਤਜਰਬਾ ਕਰਕੇ ਵੇਖਣਾ ਕਿ 1 ਕਿਲੋ ਪਾਣੀ ਨੂੰ ਆਕਾਸ਼ ਵਿੱਚ ਖੜੇ ਕਰਕੇ ਵਿਖਾਏ ਕੋਈ। 1 ਕਿਲੋ ਪਾਣੀ ਬਿਨਾਂ ਭਾਂਡੇ ਤੋਂ ਆਕਾਸ਼ ਵਿੱਚ ਖੜੇ ਕਰਨਾ, ਕੋਈ ਭਾਂਡਾ ਚਾਹੀਦਾ ਨਾ, ਤਾਂ ਹੀ ਖੜਾ ਹੋਵੇਗਾ। ਪਰ ਤੁਸੀਂ ਕਦੀ ਦੇਖੋ ਵੀ ਅਰਬਾਂ ਕੁਇੰਟਲ, ਅਰਬਾਂ ਟਨ ਪਾਣੀ ਆਕਾਸ਼ ਵਿੱਚ ਉੱਡਦਾ ਹੈ, ਉਹਨੂੰ ਕਿੰਨੇ ਬੰਨਿਆ ਹੋਇਆ ਹੈ? ਉਹ ਕਿਹੜਾ ਭਾਂਡਾ ਹੈ? ਉਹਨੂੰ ਕਿਹਾ ਗੁਰੂ ਸਾਹਿਬ ਨੇ ਸੰਤੋਖ ਥਾਪ ਰੱਖਿਆ ਜਿਨ ਸੂਤ। ਸੂਤ ਦਾ ਮਤਲਬ ਹੁੰਦਾ ਹੈ ਉਹ ਰੱਸੀ ਜਿਹਨੇ ਕਈ ਚੀਜ਼ਾਂ ਨੂੰ ਬੰਨਿਆ ਹੋਇਆ ਵੀ ਡਿੱਗ ਨਾ ਪੈਣ। ਸੂਤਰ ਦਾ ਮਤਲਬ ਇਹ ਹੈ। ਸੂਤਰ ਦਾ ਮਤਲਬ ਉਹ ਧਾਗਾ ਜਿਹਦੇ ਨਾਲ ਚੀਜ਼ਾਂ ਨੂੰ ਸਿਉਂ ਦਿੱਤਾ ਜਾਂਦਾ ਹੈ ਕਿ ਇਹ ਵੱਖਰੀਆਂ ਹੋ ਕੇ ਡਿੱਗ ਨਾ ਪੈਣ। ਤਾਂ ਸਾਰਾ ਜਿੰਨਾ ਬ੍ਰਹਿਮੰਡ ਹੈ ਨਾ, ਆ ਧਰਤੀ ਹੈ, ਇਹਨੂੰ ਫੜਿਆ ਹੋਇਆ ਸੰਤੋਖ ਨੇ। ਤੇ ਇਸ ਧਰਤੀ ਦੇ ਉੱਤੇ ਜਿਸ ਬੰਦੇ ਦੇ ਮਨ ਵਿੱਚ ਸੰਤੋਖ ਹੋਵੇਗਾ, ਉਹਦਾ ਜੀਵਨ ਆਪਣੇ ਆਪ ਟਿਕਿਆ ਰਹੇਗਾ। ਜਦੋਂ ਸੰਤੋਖ ਨਹੀਂ ਰਹਿੰਦਾ, ਜੀਵਨ ਖਿੱਲਰ ਜਾਂਦਾ ਸਾਰਾ। ਅਸੀਂ ਕਹਿੰਦੇ ਹਾਂ ਮਨ ਨਹੀਂ ਟਿਕਦਾ। ਮਨ ਕਿਉਂ ਨਹੀਂ ਟਿਕਦਾ? ਮਨ ਤਾਂ ਨਹੀਂ ਟਿਕਦਾ ਵੀ ਮਨ ਵਿੱਚ ਸੰਤੋਖ ਦਾ ਸੂਤਰ ਨਹੀਂ ਹੈ। ਉਹਨੇ ਬੰਧਣਾ ਮਨ ਨੂੰ। ਉਸ ਨੂੰ ਗਿਆਨ ਕਿਹਾ ਗੁਰਬਾਣੀ ਦੇ ਵਿੱਚ। ਇੱਥੇ ਸੰਤੋਖ ਸ਼ਬਦ ਵਰਤਿਆ ਨਾ, ਆਸਾ ਦੀ ਵਾਰ ਵਿੱਚ ਤੁਸੀਂ ਪੜ੍ਹੋਗੇ ਕਿ ਜਿਵੇਂ ਪਾਣੀ ਨੂੰ ਤੁਸੀਂ ਇਕੱਠਾ ਕਰਨਾ ਹੋਵੇ ਤੇ ਘੜਾ ਚਾਹੀਦਾ ਹੈ। ਪਾਣੀ ਨੂੰ ਵੀ ਉਹ ਡੁੱਲੇ ਨਾ, ਇੱਕ ਥਾਂ ਤੇ ਰਵੇ। ਕੁੰਭੇ ਬੱਧਾ ਜਲ ਰਹੇ, ਪਾਣੀ ਇਕੱਠਾ ਰਹੇਗਾ ਘੜੇ ਦੁਆਰਾ। ਜਲ ਬਿਨ ਕੁੰਭ ਨਾ ਹੋਏ, ਘੜੇ ਤੋਂ ਬਿਨਾ ਪਾਣੀ ਖਿਲਰ ਜਾਏਗਾ, ਡੁੱਲ ਜਾਏਗਾ, ਗੁਆਚ ਜਾਏਗਾ। ਇਸੇ ਤਰ੍ਹਾਂ ਗਿਆਨ ਕਾ ਬੱਧਾ ਮਨ ਰਹੇ। ਜੇ ਮਨ ਨੂੰ ਇਕੱਠਾ ਕਰਨਾ ਤੇ ਗਿਆਨ ਚਾਹੀਦਾ ਹੈ। ਉੱਥੇ ਗਿਆਨ ਦੇ ਅਰਥ ਨੇ ਸੰਤੋਖ, ਸਬਰ, ਤ੍ਰਿਪਤੀ। ਇਹ ਅਭਿਆਸ ਕਿ ਮੇਰੇ ਕੋਲ ਠੀਕ ਹੈ ਸਭ ਕੁਝ, ਮੇਰੇ ਕੋਲ ਬਹੁਤ ਕੁਝ ਹੈ, ਮੈਨੂੰ ਕੁਝ ਨਹੀਂ ਚਾਹੀਦਾ, ਜੋ ਕੁਝ ਮੈਨੂੰ ਮਿਲਿਆ ਹੈ ਉਹ ਬਿਲਕੁਲ ਠੀਕ ਹੈ। ਇਹਨੂੰ ਕਹਿੰਦੇ ਸੰਤੋਖ ਦੀ ਦਸ਼ਾ।
जिस बंदे दे जीवन विच संतोख आ गया, तुसी लख समाधियां ला लो, नहीं मन टिकेगा जिन्ना चिर संतोख नहीं आउंदा। बड़े बड़े साधन निकले ने हुण ते सिखाया जाता ना, 1 साल कोर्स करो मन टिक जाएगा। ध्यान दसांगे तुहानूं, इस तरह खिंच के रखना, इत्थे करके श्वास, इत्थे बांह इधर दी कर लैनी, लत्त इधर अड़ा लैनी, फिर तुहाडा ध्यान टिक जाएगा। डुप्लीकेट है सारा, धक्के नाल कीता होया। गुरमत नैचुरली है, कुदरती वरते सब कुछ, सुनिया लग है सहज ध्यान। तो गुरु साहब ने किसी श्वास नूं खिंच के ध्यान टिकाउण दी विधि नहीं दसी। हजूर ने कहा संतोख धारण कर लै, सबर विच आ जा, ध्यान आपे टिक जाएगा। ध्यान क्यों खिंडदा है, मन क्यों नहीं टिकदा? आखें मंगै दे दे, वो मन अंदरों भौंकी जाता है। ओदियां मंगां दी दा अंत ही कोई नहीं है, ओदी हवश दा कोई अंत ही नहीं। किवें टिकेगा? आ समाधियां टिका देणगियां, 2-4 घंटे टिक सकदा। लोग कहिंदे होणगे टिक गया, कहिंदे ने सज्जन भी टिक जांदा इस तरह साडा, सानू कोई विधि लभी है। टिकदा होवेगा, टिक ही जाएगा। एक है तुसी अपनी गड्डी नूं अपनी चाबी तो बंद करो, वो कुदरती बंद होना है उसका, ਉਹਦੇ कनैक्शन अंदरों ठीक है, ਚੱਲਣ ਦੀ ਉਹਦੇ ਵਿੱਚ ਸਮਰੱਥਾ ਉਸੇ ਤਰ੍ਹਾਂ ਬਣੀ। ਹੁਣੇ ਸਲਫ ਦਿਓਗੇ ਫਿਰ ਚੱਲ ਜਾਏਗੀ, ਪਰ ਉਹ ਠੀਕ ਤਰੀਕਾ ਉਹਨੂੰ ਬੰਦ ਕਰਨ ਦਾ, ਧਿਆਨ ਨੂੰ ਬੰਦ ਕਰਨ ਦਾ ਠੀਕ ਤਰੀਕਾ ਨਾਮ ਨੂੰ ਸੁਣਨਾ ਹੈ, ਸਬਰ ਵਿੱਚ ਆਉਣਾ। ਪਰ ਇੱਕ ਤਰੀਕਾ ਇਹ ਵੇ ਵੀ ਤੁਸੀਂ ਉਹਦੀ ਡੀਜ਼ਲ ਵਾਲੀ ਨਾਲੀ ਵੱਢ ਦਿਓ, ਤੋੜ ਦਿਓ, ਵਿਚਾਰਾ ਹੋ ਜਾਏਗਾ ਬੰਦ, ਜਾਂ ਗੱਡੀ ਨੂੰ ਕੰਧ ਨਾਲ ਠੋਕ ਦਿਓ, ਬੰਦ ਹੀ ਹੋ ਜਾਏਗੀ। ਹੋਰ ਕੀ ਕਰੇਗੀ? ਇਹ ਸਮਾਧੀਆਂ ਤੇ ਇਹ ਨੇ, यानी कि ध्यान नूं टिकाउण दे गलत तरीके ने, जिहड़े गुरु साहब ने प्रवान नहीं कीते। हजूर ने कहा रब ने जिवें ध्यान टिकाउण दा यतन कीता सी, जदों तेरा ध्यान टिकिया सी कि पहले पहरे रहण के बनजारिया मित्रा, उर्द भया गरबास, हुक्म भया गरबास, उर्द तप अंतर करे बनजारिया मित्रा, खसम सेती अरदास। ध्यान नूं बंद करन दी जाच सिख लै, नाम नूं सुण, सीधा है, सरल तरीका है। तो साडे विच एक कमी है भी असी अपने घर विच पए हुए खजाने ते विचार नहीं कीती। साडे जिहड़े विचार गुरु साहब ने गुरु ग्रंथ साहब विच रखे ने, आ लोग चोरी करके लै गए, उन्होंने किताबां छपा दित्तियां, असी पढ़ के वेने आ भी ये की लिख दिता, बहुत वधिया है सी साडे कोल, असी नहीं इनू खोजिया, असी इनू वेख्या नहीं। बड़ा बड़ा विज्ञानक धर्म है सिख धर्म, पर इन्हें उहदी खोज कीती है नहीं। कोई प्रयोगशाला की करेगी, उत्थे विज्ञानक आके सुते ही पिया है। उपकरण सारे पे ने, तरीके सारे ने, विज्ञानक होरी आए, उन्होंने प्रयोगशाला नूं टेकिया मत्था, कदी फोन सुन लग पे, कदी गल्लां करन लग पे, कदी बैठे कदी सौ गए। की करेगी प्रयोगशाला उहदा? ये साध संगत, ये गुरुद्वारा जीवन की प्रयोगशाला है, पर असीं इहदी वरतों ही कोई नहीं करते। इहनूं रीति रिवाज विच तोड़ के रख दिता। तां जो कुछ प्यो दादे का खोल डिठा खजाना, तां मेरे मन भया निदाना। हजूर ने कहा संतोख है, सारी धरती नूं संतोख ने चुकिया होया, बन्निया होया। जिदन इहदे विचों संतोख खिंचिया, सूत धागा, गुरबाणी विच एक बचन आउंदा है कि सूत खिंचै ढै ढेरी होए। अकाल पुरख वैगुरु ने संतोख दे सूत्र द्वारा सारी धरती नूं बन्निया। जिदन विचों संतोख निकल गया, धरती का एक एक किणका ब्रह्मंड विच तबाह हो जाएगा, खत्म हो जाएगा। ते बंदे दा मन तां खिल रहा, उहदे विच संतोख दा सूत्र निकल गया। इस करके सूत्र लभना चाहिए। धौल धर्म दया का पूत, संतोख थाप रखिया जन सूत। फिर कहंदे जे को बुझै होवै सचियार। इस गल नूं जिहड़ी
सतगुरु गुरु नानक देव सच्चे पातशाह जी ने कही है, जे कोई इस बुझारत नूं बुझ लवे तां वो सचियार हो जाता है। सचियार दा मतलब शुद्ध हो जाता है। ਉਹਦਾ ਜੀਵਨ, ਉਹਦੇ ਜੀਵਨ ਵਿੱਚੋਂ ਜਿਹੜੀਆਂ ਵਾਧੂ ਚੀਜ਼ਾਂ ਨੇ ਧੁੱਪ ਜਾਂਦੀਆਂ ਹਨ, ਨਿਕਲ ਜਾਂਦੀਆਂ, ਖਾਲੀ ਰਹਿ ਜਾਂਦਾ, ਸ਼ੁੱਧ ਸਰੂਪ ਬਚ ਜਾਂਦਾ ਹੈ। ਜੇ ਕੋ ਬੁੱਝੈ ਹੋਵੇ ਸਚਿਆਰ, ਫਿਰ ਉਹਨੂੰ ਪਤਾ ਲੱਗਦਾ ਕਿ ਧਵਲੇ ਉੱਪਰ ਕੇਤਾ ਭਾਰ। ਸਮਝ ਆਉਣੀ ਸ਼ੁਰੂ ਹੋ ਜਾਂਦੀ ਵੀ ਸਭ ਕੁਝ ਚੀਜ਼ਾਂ ਧਰਮ ਦੇ ਉੱਤੇ ਬੜਾ ਭਾਰ ਹੈ, ਇਸ ਕਰਕੇ ਧਰਮ ਧਾਰਨ ਕਰਨਾ ਚਾਹੀਦਾ ਹੈ। ਸਾਰੀ ਜ਼ਿੰਦਗੀ ਅੱਗੇ ਪਿੱਛੇ ਹੋ ਜਾਏਗੀ ਧਰਮ ਤੋਂ ਬਿਨਾਂ। ਤਾਂ ਧਰਮ ਜਿਹੜਾ ਕੋਈ ਥੋੜੇ ਜਿਹੇ ਬੰਦਿਆਂ ਦਾ ਵਿਸ਼ਾ ਨਹੀਂ ਸੀ ਧਰਤੀ ਤੇ, ਸਾਰੇ ਲੋਕਾਂ ਨੂੰ ਚਾਹੀਦਾ। ਜ਼ਿੰਦਗੀ ਦੀ ਜ਼ਰੂਰਤ ਹੈ ਧਰਮ ਜਿਹੜਾ ਹੈ, ਇਹਦੇ ਤੋਂ ਬਿਨਾਂ ਜੀਵਨ ਦਾ ਜਿਹੜਾ ਸਿਸਟਮ ਹੈ, ਬੈਲੈਂਸ ਜਿਹੜਾ ਹੈ, ਸੰਤੁਲਨ ਨਹੀਂ ਟਿਕਦਾ ਧਰਮ ਤੋਂ ਬਿਨਾਂ। ਧਵਲੇ ਉੱਪਰ ਕੇਤਾ ਭਾਰ, ਧਰਤੀ ਹੋਰ ਪਰੈ ਹੋਰ। ਇੱਥੇ ਗੁਰੂ ਸਾਹਿਬ ਨੇ ਵਿਗਿਆਨਕ ਤਰਕ ਦਿੱਤਾ ਹੈ। ਉਹਨਾਂ ਲੋਕਾਂ ਨੂੰ ਜਿਹੜੇ ਕਹਿੰਦੇ ਬਲਦ ਨੇ ਧਰਤੀ ਚੁੱਕੀ, ਉਹ ਪੁੱਛਦੇ ਨੇ ਕਿ ਇਸ ਧਰਤੀ ਦੇ ਥੱਲੇ ਇੱਕ ਬਲਦ ਹੈ, ਉਹਨੇ ਇਸ ਧਰਤੀ ਨੂੰ ਚੁੱਕਿਆ, ਤੇ ਬਲਦ ਦੇ ਪੈਰਾਂ ਥੱਲੇ ਕਿਹੜੀ ਧਰਤੀ ਹੈ ਦੱਸੋ, ਉਹਦਾ ਨਾਮ ਲਵੋ, ਉਹਨੂੰ ਕਿਹਨੇ ਚੁੱਕਿਆ। ਚਲੋ ਮੰਨ ਲਓ ਕਿ ਚਿੱਟੇ ਬਲਦ ਨੇ ਧਰਤੀ ਨੂੰ ਚੁੱਕਿਆ ਹੈ, ਪਰ ਜਿਹੜਾ ਉਹ ਵਿਚਾਰਾ ਬਲਦ ਹੈ ਉਹਦੇ ਵੀ ਤੇ ਕਿਤੇ ਪੈਰ ਲੱਗਣੇ ਚਾਹੀਦੇ ਨਾ। ਉਹਦੀਆਂ ਲੱਤਾਂ ਕਿੰਨੀਆਂ ਕੁ ਲੰਮੀਆਂ ਨੇ, ਵੀ ਥੱਲੇ ਕਿੱਥੋਂ ਤੱਕ ਚਲੀਆਂ ਗਈਆਂ। ਇਹ ਇੱਕ ਸਾਨੂੰ, ਚਲੋ ਮੈਂ ਕਿਸੇ ਧਰਮ ਦਾ ਖੰਡਨ ਨਹੀਂ ਕਰ ਰਿਹਾ, ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਮਾਣ ਚਾਹੀਦਾ ਹੈ ਕਿ ਜੋ ਕੁਝ ਵਿੱਚ ਲਿਖਿਆ ਉਹਨੂੰ ਵਿਗਿਆਨ ਬੜੀ ਆ ਗਈ ਹੈ। ਵਿਗਿਆਨ ਇੰਨੀ ਤੇਜ਼ੀ ਨਾਲ ਵੱਧ ਰਿਹਾ ਹੈ ਕਿ ਹੋ ਸਕਦਾ ਉਹ ਕਈ ਧਰਮਾਂ ਨੂੰ ਤੋੜ ਕੇ ਨਸ਼ਟ ਹੀ ਕਰਦਾ ਹੈ, ਕਿਉਂਕਿ ਉਹਨਾਂ ਵਿੱਚ ਜਿਹੜੀਆਂ ਦਲੀਲਾਂ ਦਿੱਤੀਆਂ ਗਈਆਂ ਨੇ ਉਹ ਵਿਗਿਆਨ ਨੇ ਤੋੜ ਦਿੱਤੀਆਂ ਨੇ। ਜਿਹੜੇ ਕਹਿੰਦੇ ਸੀ ਚੰਦਰਮਾ ਤੇ ਕੋਈ ਚਰਖਾ ਕੱਤਿਆ ਜਾ ਰਿਹਾ, ਉੱਥੇ ਜਾ ਪਹੁੰਚੇ ਉਹ ਜਹਾਜ਼ ਲੈ ਕੇ, ਉਹ ਕਹਿੰਦੇ ਦਿਖਾਓ ਕਿੱਥੇ ਹੈ, ਕੋਈ ਨਹੀਂ ਮਿਲਿਆ। ਆ ਜਿਹੜਾ ਚਿੱਟੇ ਬਲਦ ਵਾਲਾ ਇਹ ਵੀ ਤੋੜ ਦਿੱਤਾ ਉਹਨਾਂ ਨੇ। ਜਿਹੜਾ ਕਿਸੇ ਨੇ ਕਿਹਾ ਸੀ, ਇਹ ਬਾਈਬਲ ਵਿੱਚ ਕਿਹਾ ਗਿਆ ਸੀ ਕਿ ਧਰਤੀ ਜਿਹੜੀ ਹੈ ਸੂਰਜ ਉਹਦੇ ਦੁਆਲੇ ਘੁੰਮਦਾ ਹੈ, ਉਹਨਾਂ ਦਾ ਆਪਣਾ ਹੀ ਬੰਦਾ ਉੱਠਿਆ ਗਲੈਲੀਓ, ਉਹਨੇ ਕਿਹਾ ਨਹੀਂ ਘੁੰਮਦਾ, ਮੈਂ ਵੇਖਿਆ ਸੂਰਜ ਖੜਾ ਤੇ ਧਰਤੀ ਘੁੰਮਦੀ ਹੈ। ਤੋੜ ਦਿੱਤਾ। ਉਸ ਬੰਦੇ ਨੂੰ ਇਹਨਾਂ ਮਾਰ ਦਿੱਤਾ ਸੀ, ਫਾਹੇ ਲਾ ਦਿੱਤਾ ਸੀ ਵੀ ਤੂੰ ਇਹ ਠੀਕ, ਇਹ ਗੱਲ ਨਾ ਕਹੇ। ਵਿਗਿਆਨਕ ਸੀ ਬਹੁਤ ਤਗੜਾ, ਉਹਨੂੰ ਵੀ ਤੋੜ ਦਿੱਤਾ ਇਹਨਾਂ ਨੇ। ਫਿਰ ਇੱਕ ਗੱਲ ਥੋੜੇ ਚਿਰ ਤੋਂ ਸਮਝ ਨਹੀਂ ਸੀ ਆ ਰਹੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਗੁਰੂ ਸਾਹਿਬ ਕਹਿੰਦੇ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤ ਨਾਨਤ। ਵਿਗਿਆਨ ਨੇ ਇਹ ਤੇ ਲੱਭ ਲਿਆ ਸੀ ਵੀ ਧਰਤੀ ਤੁਰਦੀ ਸੂਰਜ ਦੇ ਦੁਆਲੇ। ਪਹਿਲਾਂ ਉਹਨਾਂ ਦੀ ਖੋਜ ਸੀ ਵੀ ਸੂਰਜ ਖੜਾ ਹੋਇਆ ਹੈ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਸਨ ਨਹੀਂ, ਧਰਤੀ ਵੀ ਚੱਲਦੀ ਹੈ ਤੇ ਸੂਰਜ ਵੀ ਚੱਲਦਾ ਹੈ। ਪਰ ਹੁਣ ਥੋੜਾ ਚਿਰ ਹੋਇਆ ਉਹਨਾਂ ਨੇ ਹੋਰ ਖੋਜ ਕੀਤੀ, ਉਹ ਕਹਿੰਦੇ ਸੂਰਜ ਕਿਸੇ ਹੋਰ ਸੂਰਜ ਦੇ ਦੁਆਲੇ ਘੁੰਮ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਠੀਕ ਹੀ ਕਹਿੰਦੇ ਨੇ। ਤਾਂ ਇਹ ਸਾਰੀਆਂ ਚੀਜ਼ਾਂ ਸੋਧ ਕੇ ਕਹੀਆਂ ਗਈਆਂ। ਸੋਧ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਸਾਰਾ ਕੁਝ ਚੰਗੀ ਤਰ੍ਹਾਂ ਪਰਖਿਆ ਗਿਆ। ਤਾਂ ਇੰਨੇ ਪਰਖੇ ਹੋਏ ਗਿਆਨ ਨੂੰ ਵੀ ਜੇ ਅਸੀਂ ਆਪਣੇ ਜੀਵਨ ਵਿੱਚ ਧਾਰਨ ਕਰਨ ਵਾਸਤੇ ਤਿਆਰ ਨਹੀਂ, ਇਹਨੂੰ ਅਸੀਂ ਆਪਣੀ ਬਦਕਿਸਮਤੀ ਕਹਿ ਸਕਨੇ ਹਾਂ। ਸਤਿਗੁਰੂ ਨੇ ਬਚਨ ਕੀਤਾ, ਧਰਤੀ ਹੋਰ ਪਰੈ ਹੋਰ ਤਿਸਤੇ ਭਾਰ ਤਲੈ ਕਵਣ ਜੋਰ। ਇੱਥੋਂ ਤੱਕ ਧਰਤੀ ਦੀ ਵਿਆਖਿਆ ਕੀਤੀ। ਅੱਗੇ ਜੀ ਜਾਤ ਰੰਗਾਂ ਕੇ ਨਾਵ। ਹੁਣ ਇੱਥੇ ਜਿਹੜੇ ਵਿਚਰਨ ਵਾਲੇ ਜੀਵ ਨੇ ਉਹਨਾਂ ਦੀ ਗੱਲ ਗੁਰੂ ਸਾਹਿਬ ਪੌੜੀ ਦੇ ਅਗਲੇ ਹਿੱਸੇ ਵਿੱਚ ਕਰਨਗੇ। ਬਸ ਅਖੀਰ ਤੇ ਇੱਕੋ ਗੱਲ ਕਹੀ ਕਿ ਵਾਰਿਆ ਨਾ ਜਾਵਾਂ ਇੱਕ ਵਾਰ। ਮੈਂ ਤੇ ਇੱਕ ਵਾਰੀ ਵੀ ਆਪਣੇ ਆਪ ਨੂੰ ਤੇਰੇ ਇਹਨਾਂ ਚੋਜਾਂ ਤੋਂ ਵਾਰ ਨਹੀਂ ਸਕਦਾ, ਤੂੰ ਇੰਨਾ ਬੇਅੰਤ ਹੈ। ਇਹ ਪੰਕਤੀ ਪੜ੍ਹ ਕੇ ਆਪਾਂ ਸਮਾਪਤੀ ਕਰਾਂਗੇ। ਸਾਰਿਆਂ ਨੇ ਇਕਾਗਰਚਿਤ ਹੋ ਕੇ ਬੋਲਣਾ ਤਾਂ ਕਿ ਹਾਜ਼ਰੀ ਗੁਰੂ ਦਰਬਾਰ ਵਿੱਚ ਲੱਗ ਸਕੇ। ਉੱਚੀ ਆਵਾਜ਼ ਵਿੱਚ ਕਿਰਪਾ ਕਰਨੀ। ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਨਾ
ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਨਾ ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਕੁਦਰਤ ਕਵਨ ਕਹਾਂ ਵਿਚਾਰ, ਕੁਦਰਤ ਕਵਨ ਕਹਾਂ ਵਿਚਾਰ, ਕੁਦਰਤ ਕੁਦਰਤ ਕਵਨ ਕਹਾਂ ਵਿਚਾਰ, ਕੁਦਰਤ ਕਵਨ ਕਹਾਂ ਵਿਚਾਰ। ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਨਾ ਜੋ ਤੁਧ ਭਾਵੈ ਸਾਈ ਭਲਿਕਾਰ, ਜੋ ਤੁਧ ਭਾਵੈ ਸਾਈ ਭਲਿਕਾਰ, ਜੋ ਤੁਧ ਭਾਵੈ ਜੋ ਤੁਧ ਭਾਵੈ ਸਾਈ ਭਲਿਕਾਰ, ਜੋ ਤੁਧ ਭਾਵੈ ਸਾਈ ਭਲਿਕਾਰ, ਜੋ ਤੁਧ ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਨਾ ਜਾਵਾਂ